ਪ੍ਰਧਾਨ ਮੰਤਰੀ ਨੇ ਇੱਕ ਆਪਣੇ ਤਰੀਕੇ ਦੇ ਨਾਲ ਗੱਲ ਕਹਿ ਕੇ ਜਿੱਤ ਜਿਹੜੀ ਹੈਗੀ ਹੈ ਉਹ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਰਿਪੀਲ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਇਹ ਜਿਹੜੀ ਜਿੱਤ ਹੈਗੀ ਹੈ ਉਹ ਤਾਂ ਡੈਫੀਨਿਟਲੀ ਕਿਸਾਨਾਂ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਇੱਕ ਐਲਾਨ ਕੀਤਾ ਹੈ ਕਿ ਜਿਹੜੇ 3 ਖੇਤੀ ਕਾਨੂੰਨ ਆ ਉਹ ਰੱਦ ਹੋਣਗੇ ਤੇ ਆਉਣ ਵਾਲਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਉਹ ਇੱਕ ਬਕਾਇਦਾ ਬਿੱਲ ਲੈ ਕੇ ਆਉਣਗੇ ਰਿਪੀਲ ਕਰਨ ਵਾਸਤੇ। ਉੱਤੇ ਬਾਅਦ ਨੋਟੀਫਿਕੇਸ਼ਨ ਜਾਰੀ ਹੋਵੇਗਾ, ਕਾਨੂੰਨ ਰੱਦ ਹੋਣਗੇ। ਬਾਬੇ ਨਾਨਕ ਦਾ 552ਵਾਂ ਜਿਹੜਾ ਪ੍ਰਕਾਸ਼ ਪੁਰਬ ਆ, ਜਿਹੜੇ ਬਾਬੇ ਨਾਨਕ ਨੇ ਹਮੇਸ਼ਾ ਕਿਰਤ ਕਰਨ ਦੀ, ਨਾਮ ਜਪਣ ਦੀ ਤੇ ਵੰਡ ਛਕਣ ਦਾ ਹੁੱਕਾ ਦਿੱਤਾ, ਸੰਦੇਸ਼ ਦਿੱਤਾ, ਉਪਦੇਸ਼ ਦਿੱਤਾ। ਅੱਜ ਉਸ ਅਵਤਾਰ ਪੁਰਬ ਦੀ ਖੁਸ਼ੀ ਦੇ ਮੌਕੇ ਪ੍ਰਧਾਨ ਮੰਤਰੀ ਦੀ ਜਿਹੜੀ ਇਹ ਘੋਸ਼ਣਾ ਹੈ ਕਿਸਾਨਾਂ ਵਾਸਤੇ, ਦੇਸ਼ ਵਾਸੀਆਂ ਵਾਸਤੇ ਖੁਸ਼ੀ ਦੀ ਗੱਲ ਆ। ਪ੍ਰਧਾਨ ਮੰਤਰੀ ਨੇ ਘੋਸ਼ਣਾ ਕਰ ਦਿੱਤੀ ਇਹ ਉਦੋਂ ਤੱਕ ਜਿਹੜਾ ਅੰਦੋਲਨ ਆ ਚੱਲਦਾ ਰਹੇਗਾ, ਉਦੋਂ ਤੱਕ ਕਿਸਾਨ ਆ ਜਿਹੜੇ ਦਿੱਲੀ ਦੀ ਜੂਹ 'ਤੇ ਬੈਠੇ ਰਹਿਣਗੇ, ਜਦੋਂ ਤੱਕ ਬਕਾਇਦਾ ਨੋਟੀਫਿਕੇਸ਼ਨ ਹੋ ਨਹੀਂ ਜਾਂਦਾ ਪਿਆ। ਜਿਹੜੇ ਕਹਿੰਦੇ 56 ਇੰਚ ਦੀ ਛਾਤੀ ਰੱਖਦੇ ਨੇ, ਜਿਹੜੇ ਕਹਿੰਦੇ ਵੀ ਜਿਹੜੀ ਗੱਲ ਕਹਿਤੀ ਉਹ ਪਿੱਛੇ ਨਹੀਂ ਮੁੜਦੇ, ਜਿਹੜੀ ਗੱਲ ਕਹਿਤੀ ਉਹਦੇ ਪਰ ਜਿੱਦ ਪਕਾਉਂਦੇ ਨੇ। ਉਹ ਜਿੱਦ ਪਕਾਉਣ 'ਤੇ ਇੱਕ ਜਿਹੜੀ ਖੜੀ ਹੋਈ ਤੀ ਜਿੱਦ ਤੀ, ਉਹਨੂੰ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦੀ ਉਹ ਜਿੱਦ ਤੋੜੀ ਆ ਤੇ ਪੰਜਾਬ ਦੇ ਕਿਸਾਨਾਂ ਦੀ, ਦੇਸ਼ ਦੇ ਕਿਸਾਨਾਂ ਦੀ ਜਿਹੜੀ ਜਿੱਦ ਆ ਉਹ ਪੁੱਗੀ ਆ। ਸਰਕਾਰ ਨੂੰ, ਪ੍ਰਧਾਨ ਮੰਤਰੀ ਨੂੰ ਵਾਪਸ ਜਿਹੜਾ ਕਾਨੂੰਨ ਆ ਉਹ ਲੈਣ ਲਈ ਮਜਬੂਰ ਕਰ ਦਿੱਤਾ। ਜ਼ਿੱਦ ਪੁਗਾਈ ਹੈਗੀ ਹੈ ਕਿਸਾਨਾਂ ਨੇ ਜਾਂ ਕਿਸਾਨਾਂ ਦੀ ਜਿਹੜੀ ਹੈ ਮੰਗ ਜੈਨੂਇਨ ਸੀਗੀ? ਇਹ ਇੱਕ ਅਜਿਹਾ ਸੰਘਰਸ਼ ਰਿਹਾ ਹੈ, ਖੇਤੀ ਦੇ ਨਾਲ ਜੁੜੇ ਹੋਏ ਉਹ ਲੋਕਾਂ ਦਾ ਸੰਘਰਸ਼ ਰਿਹਾ ਕਿ ਇਹਦੇ ਵਿੱਚ ਸਾਰੀਆਂ ਜਿਹੜੀਆਂ ਯੂਨੀਅਨ ਹੈ, ਸਮਾਜ ਸੇਵੀ ਜਥੇਬੰਦੀਆਂ, ਹਰ ਵਰਗ ਦੇ ਲੋਕਾਂ ਨੇ ਜਿਹੜਾ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ। ਕਿ ਆ ਪੰਜਾਬ ਦੇ ਲੋਕ, ਕਿਆ ਦੇਸ਼ ਦੇ ਲੋਕ ਸਮਝਣਗੇ ਨਹੀਂ ਕਿ ਕਿਸਾਨਾਂ ਨੂੰ ਪਹਿਲਾਂ ਅੱਤਵਾਦੀ ਦੱਸਿਆ ਗਿਆ, ਕਿਸਾਨਾਂ ਨੂੰ ਵੱਖਵਾਦੀ ਦੱਸਿਆ ਗਿਆ, ਕਿਸਾਨਾਂ ਨੂੰ ਮਾਇਓਵਾਦੀ ਦੱਸਿਆ ਗਿਆ, ਕਿਸਾਨਾਂ ਨੂੰ ਕੁੱਟਿਆ ਗਿਆ। ਲੋਕਾਂ ਨੇ ਦੱਸਤਾ ਕਿ ਵੀ ਇਹ ਸੰਘਰਸ਼ ਨੂੰ ਕਿਵੇਂ ਜਿੱਤਣਾ। ਹੁਣ ਇਸ ਕਰਕੇ ਜਿਹੜੇ ਅਗਲੇ ਵੀ ਸੰਘਰਸ਼ ਹੋਣਗੇ, ਲੋਕ ਇਕੱਠੇ ਹੋਣਗੇ, ਇਹ ਇੱਕ ਬਿੰਬ ਬਣ ਗਿਆ। ਲੋਕ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਮਸਲੇ ਦੇ ਪਰ ਜੋੜਨਗੇ ਜਾਂ ਕਿਸਾਨੀ ਮਸਲੇ ਪਰ ਇਹ ਗੱਲ ਕਹੂੰਗਾ ਕਿ ਮੈਂ ਇਹ ਕੰਮ ਕੀਤਾ, ਤਾਂ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਸਵਾਲ ਪੁੱਛਣਗੇ ਕਿ ਤੁਸੀਂ 2017 ਦੇ ਵਿੱਚ ਇਹ ਵੀ ਵਾਅਦਾ ਕੀਤਾ ਸੀਗਾ ਕਿ ਮੈਂ ਕਿਸਾਨਾਂ ਦਾ ਜਿਹੜਾ ਕਰਜ਼ਾ ਕੁਰਕੀ ਖਤਮ, ਕਿਸਾਨ ਨੂੰ ਪੂਰੀ ਫਸਲ ਦੀ ਰਕਮ। ਇਹ ਉਹਨਾਂ ਨੇ ਇੱਕ ਡਾਇਲੋਗ ਦਿੱਤਾ ਸੀਗਾ, ਇਹ ਕਿਹਾ ਸੀਗਾ ਕਿ ਮੈਂ ਕਿਸਾਨਾਂ ਦੇ ਸਾਰੇ ਜਿਹੜੇ ਕਰਜ਼ਾ ਮਾਫ ਕਰਾਂਗੇ, ਚਾਹੇ ਉਹ ਸਰਕਾਰੀ ਬੈਂਕਾਂ ਦੇ ਹੋਵੇ, ਚਾਹੇ ਉਹ ਸੁਸਾਇਟੀਆਂ ਦੇ ਹੋਵੇ, ਚਾਹੇ ਪ੍ਰਾਈਵੇਟ ਬੈਂਕਾਂ ਦੇ, ਉਹ ਕੁਛ ਹੋਏ ਕਰਜ਼ੇ ਮਾਫ। ਜਿਸ ਤੋਂ ਤੁਹਾਨੂੰ ਲੱਗਦਾ ਹੈ ਕਿ ਸਿਆਸੀ ਪਾਰਟੀਆਂ, ਲੀਡਰ ਵੀ ਕੁਝ ਹੱਦ ਤੱਕ ਡਰ ਗਏ ਨੇ ਔਰ ਉਹਨਾਂ ਨੂੰ ਸ਼ਾਇਦ ਇਹ ਗੱਲ ਲੱਗਦੀ ਹੈ ਕਿ ਜੇ ਅਸੀਂ ਸੋਲਵ ਨਾ ਕੀਤਾ ਤਾਂ ਸ਼ਾਇਦ ਅਸੀਂ ਆਪਣੇ ਇਸ ਸਿਆਸਤ ਦੇ ਵਿੱਚੋਂ ਬਾਹਰ ਹੋ ਜਾਵਾਂਗੇ ਕਿਤੇ ਨਾ ਕਿਤੇ। ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਝੂਠ ਨਹੀਂ ਬੋਲ ਸਕਦੇ। ਹਰ ਗੱਲ ਆ ਜਿਹੜੀ ਅੱਜ ਤੁਸੀਂ ਕੀ ਕਹਿ ਰਹੇ ਆ, 2 ਮਹੀਨੇ ਪਹਿਲਾਂ ਕੀ ਕੀਤਾ ਸੀਗਾ, 6 ਮਹੀਨੇ ਪਹਿਲਾਂ ਕੀ ਕੀਤਾ, ਉਹ ਸਾਰੇ ਨਾਲ ਦੀ ਨਾਲ ਤੁਹਾਡੀ ਕੰਪੈਰੇਟਿਵ ਕਰਕੇ ਸੋਸ਼ਲ ਮੀਡੀਆ ਪਰ ਚੱਲਦੇ ਆ। ਅੱਜ ਤੁਸੀਂ ਕੀ ਕਿਹਾ, ਇਹ ਜੇ ਨਾਲ ਚੱਲਦਾ ਤਾਂ ਪੁਰਾਣਾ ਜਿਹੜਾ ਕਿਹਾ ਹੋਇਆ ਸੀਗਾ ਉਹ ਵੀ ਨਾਲ ਚੱਲਦਾ। ਇਸ ਕਰਕੇ ਝੂਠ ਨੂੰ ਤੁਸੀਂ ਹੁਣ ਬਹੁਤੀ ਦੇਰ ਲੁਕੋ ਨਹੀਂ ਸਕਦੇ। ਮੈਨੂੰ ਜੋ ਲੱਗ ਰਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੋਲੀਟੀਕਲ ਲੋਕ ਆ ਉਨੇ ਕੁ ਵਾਅਦੇ ਕਰਨਗੇ, ਉਨੀ ਕੁ ਗੱਲ ਕਰਿਆ ਕਰਨਗੇ ਜਿੰਨੀ ਕੁ ਉਹ ਪੂਰੀ ਕਰ ਸਕਦੇ ਆ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਡਾਇਲੌਗ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ, ਪਰ ਅੱਜ ਦੀ ਖਾਸ ਗੱਲ ਜਾਂ ਜੋ ਅੱਜ ਵਾਪਰ ਰਿਹਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਗੱਲ ਹੈਗੀ ਹੈ ਖੇਤੀ ਕਾਨੂੰਨ ਜਿਹੜੇ ਕਿ ਅੱਜ ਰੱਦ ਕਰਨ ਦੀ ਤਜਵੀਜ਼ ਜਿਹੜੀ ਹੈ ਜਾਂ ਉਹਦੀ ਗੱਲਬਾਤ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਰ ਦਿੱਤੀ ਹੈ। 1 ਸਾਲ ਤੋਂ ਪਿਛਲੇ ਜਿਹੜੇ ਕਿਸਾਨ ਨੇ ਉਹ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਨੇ ਅਤੇ ਅੱਜ ਜਿਹੜੀ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਰ ਦਿੱਤੀ ਗਈ ਹੈ। ਪਰ ਬਾਵਜੂਦ ਉਸ 'ਤੇ ਰੱਦ ਹੋਣਗੇ ਹਜੇ ਪਾਰਲੀਮੈਂਟ ਦੇ ਵਿੱਚ, ਕਿਉਂਕਿ ਪਾਰਲੀਮੈਂਟ 'ਚ ਕਾਨੂੰਨ ਬਣੇ ਨੇ ਅਤੇ ਬਾਅਦ 'ਚ ਪਾਰਲੀਮੈਂਟ 'ਚ ਇਹ ਰੱਦ ਹੋਣੇ ਆ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕਿਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਅਤੇ ਸਾਰਾ ਦਾ ਸਾਰਾ ਜਿਹੜਾ 1 ਸਾਲ ਤੋਂ ਕਿਸਾਨ ਜਿਹੜੇ ਨੇ ਉਹਨੂੰ ਸਹਿ ਰਹੇ ਸੀ ਜਾਂ ਜਿਸ ਤਰੀਕੇ ਦੀ ਇੱਕ ਮਾਹੌਲ ਬਣਿਆ ਸੀ, ਉਹਦੇ ਬਾਅਦ ਇੱਕਦਮ ਇਸ ਤਰੀਕੇ ਦਾ ਟੇਕ 'ਤੇ ਆ ਕੇ ਪ੍ਰਧਾਨ ਮੰਤਰੀ ਦਾ ਖੜ੍ਹੇ ਹੋਣਾ, ਆਖਿਰਕਾਰ ਪੋਲੀਟੀਕਲ ਸਿਨੈਰੀਓ ਦੇ ਵਿੱਚ ਕੀ ਕੁਝ ਹੈ। ਸਾਡੇ ਨਾਲ ਜਿਹੜੇ ਅੱਜ ਸੀਨੀਅਰ ਜਰਨਲਿਸਟ ਨੇ ਜੈ ਸਿੰਘ ਛਿੱਬਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਛਿੱਬਰ ਜੀ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਬਿੰਦੂ ਜੀ, ਬਹੁਤ ਬਹੁਤ। ਜਿਹੜੇ ਖੇਤੀ ਕਾਨੂੰਨ ਅੱਜ ਜਿਹੜੇ ਉਹ ਹੋਏ ਨੇ, ਰੱਦ ਹੋਏ ਨੇ, ਉਹਦੇ ਬਾਰੇ ਤੁਹਾਡਾ ਕੀ ਮਤਲਬ ਕਿ ਕਿੱਦਾਂ ਇਹਨੂੰ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਬਿੰਦੂ ਜੀ, ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਇੱਕ ਐਲਾਨ ਕੀਤਾ ਹੈ ਕਿ ਜਿਹੜੇ 3 ਖੇਤੀ ਕਾਨੂੰਨ ਆ ਉਹ ਰੱਦ ਹੋਣਗੇ
ਤੇ ਆਉਣ ਵਾਲਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਉਹ ਇੱਕ ਬਕਾਇਦਾ ਬਿੱਲ ਲੈ ਕੇ ਆਉਣਗੇ ਰਿਪੀਲ ਕਰਨ ਵਾਸਤੇ। ਉੱਤੇ ਬਾਅਦ ਨੋਟੀਫਿਕੇਸ਼ਨ ਜਾਰੀ ਹੋਵੇਗਾ, ਕਾਨੂੰਨ ਰੱਦ ਹੋਣਗੇ। ਵੱਡੀ ਗੱਲ ਇਹ ਹੈ ਕਿ ਹੁਣ ਤੱਕ ਜਿਹੜੇ ਪ੍ਰਧਾਨ ਮੰਤਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸਮੇਤ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਇਹ ਬਾਰ-ਬਾਰ ਕਹਿੰਦੀ ਰਹੀ ਕਿ ਕਾਨੂੰਨ ਰੱਦ ਨਹੀਂ ਹੋਣਗੇ, ਕਾਨੂੰਨ ਰੱਦ ਨਹੀਂ ਹੋਣਗੇ, ਕਾਨੂੰਨ ਬਦਲਾਅ ਕੀਤੇ ਜਾ ਸਕਦੇ ਆ, ਸੋਧ ਕੀਤੀ ਜਾ ਸਕਦੀ ਆ। ਪਰ ਪੰਜਾਬ ਦੀਆਂ 32 ਕਿਸਾਨ ਯੂਨੀਅਨ ਦੇ ਆਗੂ, ਦੇਸ਼ ਭਰ ਦੇ ਕਿਸਾਨ, ਦੇਸ਼ ਭਰ ਦੀਆਂ ਕਿਸਾਨ ਯੂਨੀਅਨਾਂ ਇਹ ਇੱਕੋ ਇੱਕ ਮੰਗ ਪਰ ਅੜੀਆਂ ਹੋਈਆਂ ਸੀਗੇ ਕਿ ਇਹ ਕਾਨੂੰਨ ਆ ਜਿਹੜੇ ਰੱਦ ਕਰਵਾਏ ਜਾਣਗੇ। ਪੰਜਾਬ ਦੀ 32 ਕਿਸਾਨ ਯੂਨੀਅਨਾਂ ਨੇ, ਪੰਜਾਬ ਦੇ ਕਿਸਾਨਾਂ ਨੇ ਕਿਸਾਨੀ ਸੰਘਰਸ਼ ਦੀ 3 ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਜਿਹੜਾ ਅੰਦੋਲਨ ਆ ਉਹਦੀ ਅਗਵਾਈ ਕੀਤੀ। ਪੰਜਾਬ ਦੀ ਧਰਤੀ ਤੋਂ ਇੱਕ ਅੰਦੋਲਨ ਆ ਜਿਹੜਾ ਉਹ ਸ਼ੁਰੂ ਹੋਇਆ। ਪੰਜਾਬ ਤੋਂ ਚਿਣਗ ਆ ਜਿਹੜੀ ਉਹ ਲੱਗੀ, ਪੂਰੇ ਦੇਸ਼ ਦੇ ਵਿੱਚ ਇਹ ਚਿਣਗ ਆ ਜਿਹੜੀ ਅੰਦੋਲਨ ਦੀ ਫੈਲੀ। ਪੰਜਾਬ ਤੋਂ ਬਾਹਰ ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ, ਤਾਮਿਲਨਾਡੂ, ਤ੍ਰਿਪੁਰਾ ਤੱਕ ਦੇ, ਮਹਾਰਾਸ਼ਟਰ ਤੱਕ ਦੇ ਕਿਸਾਨਾਂ ਨੇ ਆ ਕੇ ਉੱਥੇ ਟਿੱਕਰੀ ਬਾਰਡਰ ਤੇ, ਸਿੰਘੂ ਬਾਰਡਰ ਤੇ ਆ ਕੇ ਧਰਨੇ ਦਿੱਤੇ। ਬਹੁ ਗਿਣਤੀ ਭਾਵੇਂ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਰਹੀ ਆ, ਪਰ ਹੁਣ ਤੱਕ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ, ਪ੍ਰਧਾਨ ਮੰਤਰੀ ਆ, ਉਹ ਇਹ ਜਿੱਦ ਕਰਦੇ ਰਹੇ ਕਿ ਅਸੀਂ ਜਿਹੜੇ ਕਾਨੂੰਨ ਵਾਪਸ ਨਹੀਂ ਲਵਾਂਗੇ। ਪਰ ਹੁਣ ਜਦੋਂ ਜਿਉਂ-ਜਿਉਂ ਵੋਟਾਂ ਨੇੜੇ ਆ ਰਹੀਆਂ, ਵੋਟਾਂ ਦਾ ਸਮਾਂ ਨੇੜੇ ਆ ਰਿਹਾ ਅਤੇ ਕਿਸਾਨੀ ਅੰਦੋਲਨ ਦਾ ਜਿਹੜਾ ਜ਼ੋਰ ਆ ਉਹ ਵੱਧਦਾ ਜਾ ਰਿਹਾ ਸੀ, ਤਾਂ ਉਹਨੂੰ ਦੇਖਦੇ ਅੱਜ ਇੱਕਦਮ ਜਿਹੜੇ ਪ੍ਰਧਾਨ ਮੰਤਰੀ ਆ ਉਹ ਯੂ ਟਰਨ ਹੋਏ ਨੇ। ਖੁਸ਼ੀ ਦੀ ਗੱਲ ਇਹ ਆ ਕਿ ਅੱਜ ਜਿਹੜੇ ਬਾਬੇ ਨਾਨਕ ਦਾ 552ਵਾਂ ਜਿਹੜਾ ਪ੍ਰਕਾਸ਼ ਪੁਰਬ ਆ, ਜਿਹੜੇ ਬਾਬੇ ਨਾਨਕ ਨੇ ਹਮੇਸ਼ਾ ਕਿਰਤ ਕਰਨ ਦੀ, ਨਾਮ ਜਪਣ ਦੀ ਅਤੇ ਵੰਡ ਛਕਣ ਦਾ ਹੋਕਾ ਦਿੱਤਾ, ਸੰਦੇਸ਼ ਦਿੱਤਾ, ਉਪਦੇਸ਼ ਦਿੱਤਾ। ਅੱਜ ਉਸ ਅਵਤਾਰ ਪੁਰਬ ਦੀ ਖੁਸ਼ੀ ਦੇ ਮੌਕੇ ਪ੍ਰਧਾਨ ਮੰਤਰੀ ਦੀ ਜਿਹੜੀ ਇਹ ਘੋਸ਼ਣਾ ਹੈ ਕਿਸਾਨਾਂ ਵਾਸਤੇ, ਦੇਸ਼ ਵਾਸੀਆਂ ਵਾਸਤੇ ਖੁਸ਼ੀ ਦੀ ਗੱਲ ਆ। ਪਰ ਕਿਸਾਨਾਂ ਨੇ ਇਸ ਗੱਲ ਤੋਂ ਅੜੇ ਹੋਏ ਨੇ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ, ਨੋਟੀਫਿਕੇਸ਼ਨ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਵਾਪਸ ਨਹੀਂ ਆਉਣਗੇ। ਜਾਣੀ ਕਿ ਭਾਵੇਂ ਕਿ ਅੰਦੋਲਨ ਆ ਜਿਹੜਾ ਉਹ ਚੱਲ ਰਿਹਾ, ਉਹ ਪ੍ਰਧਾਨ ਮੰਤਰੀ ਨੇ ਘੋਸ਼ਣਾ ਕਰ ਦਿੱਤੀ, ਇਹ ਉਦੋਂ ਤੱਕ ਜਿਹੜਾ ਅੰਦੋਲਨ ਆ ਚੱਲਦਾ ਰਹੇਗਾ, ਉਦੋਂ ਤੱਕ ਕਿਸਾਨ ਆ ਜਿਹੜੇ ਦਿੱਲੀ ਦੀ ਜੂਹ 'ਤੇ ਬੈਠੇ ਰਹਿਣਗੇ, ਜਦੋਂ ਤੱਕ ਬਕਾਇਦਾ ਨੋਟੀਫਿਕੇਸ਼ਨ ਹੋ ਨਹੀਂ ਜਾਂਦਾ। ਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਜਲਦ ਹੀ ਸੈਸ਼ਨ ਬੁਲਾਉਣਗੇ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਅਗਲੇ ਮਹੀਨੇ ਦੇ ਸ਼ੁਰੂਆਤੀ ਜਾਂ ਐਂਡ ਦੇ ਵਿੱਚ ਸੈਸ਼ਨ ਹੋਵੇਗਾ, ਉਦੋਂ ਇਹ ਹੋਵੇਗਾ। ਦੇਖੋ, ਕਿਸਾਨੀ ਸੰਘਰਸ਼ ਆਪਾਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਕਿ ਇਹਨੇ ਜਿਹੜੇ ਦੇਸ਼ ਦੇ ਲੋਕਾਂ ਨੂੰ ਉਰਾਹ ਦਸੇਰਾ ਬਣਿਆ, ਲੋਕਾਂ ਦੇ ਵਿੱਚ ਇੱਕ ਨਵਾਂ ਅੰਦੋਲਨ ਕਰਨ ਦੀ ਇੱਕ ਜਾਨ ਫੂਕੀ ਆ। ਪੰਜਾਬ ਦੇ ਵਿੱਚੋਂ ਜਿਹੜਾ ਅੰਦੋਲਨ ਚੱਲਿਆ ਤਾਂ ਉਹਨੇ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਅਲਖ ਜਗਾਈ ਆ। ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਹੁਣ ਤੱਕ ਇਹ ਗੱਲ ਕਿਹਾ ਜਾ ਰਿਹਾ ਸੀਗਾ ਕਿ ਨੌਜਵਾਨ ਆ ਜਿਹੜੇ ਨਸ਼ਿਆਂ ਦੇ ਆਦੀ ਆ, ਨੌਜਵਾਨ ਕੁਝ ਨਹੀਂ ਕਰਦੇ, ਨੌਜਵਾਨ ਵਿਹਲੜ ਆ, ਜਿਸ ਢੰਗ ਨਾਲ ਇਸ ਅੰਦੋਲਨ ਦੇ ਵਿੱਚ ਨੌਜਵਾਨਾਂ ਨੇ ਕਮਾਂਡ ਸੰਭਾਲੀ ਆ, ਉਹ ਆਪਣੇ ਵਿੱਚ ਇੱਕ ਬਹੁਤ ਹੀ ਕਮਾਲ ਦੀ ਗੱਲ ਰਹੀ ਆ। ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਇੰਨਾ ਵੱਡਾ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ। ਕਦੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਗਿਆ, ਕਦੇ ਖਾਲਿਸਤਾਨੀ ਦੱਸਿਆ ਗਿਆ, ਕਦੇ ਮਾਓਵਾਦੀ ਦੱਸਿਆ ਗਿਆ, ਕਦੇ ਕਾਮਰੇਡ ਦੱਸਿਆ ਗਿਆ, ਕਮਿਊਨਿਸਟ ਆਗੂ ਦੱਸਿਆ ਗਿਆ। ਪਤਾ ਨਹੀਂ ਕੀ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਸਾਜ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਦੇ ਅਤੇ ਹਰਿਆਣਾ ਦੇ ਕਿਸਾਨਾਂ ਨੂੰ SYL ਦੇ ਮੁੱਦੇ 'ਤੇ ਲੜਾਉਣ ਦੀ ਕੋਸ਼ਿਸ਼ ਕੀਤੀ ਗਈ। ਹੋਰ ਕਈ ਤਰ੍ਹਾਂ ਦੇ ਕਿਸਾਨਾਂ ਨੂੰ ਉਕਸਾਉਣ ਦੇ ਯਤਨ ਕੀਤੇ ਗਏ। ਟਿੱਕਰੀ ਬਾਰਡਰ ਪਰ ਕੁਝ ਗੁੰਡਿਆਂ ਨੇ ਆ ਕੇ ਕਿਸਾਨਾਂ ਪਰ ਹਮਲਾ ਕੀਤਾ, ਉੱਥੇ ਜਿਹੜੀਆਂ ਬੀਬੀਆਂ ਬੈਠੀਆਂ ਤੀਆਂ ਉਹਨਾਂ ਨੂੰ ਵੀ ਜ਼ਖਮੀ ਕੀਤਾ। ਪਰ ਕਿਸਾਨਾਂ ਨੇ ਆਪਣਾ ਜਿਹੜਾ ਅੰਦੋਲਨ ਆ ਉਹਨੂੰ ਕਾਇਮ ਰੱਖਦੇ ਹੋਏ ਸੰਜਮ ਤੋਂ ਵਰਤਿਆ। ਹਮੇਸ਼ਾ ਉਹਨਾਂ ਨੇ ਜਿਹੜਾ ਧੀਰਜ ਆ ਉਹ ਰੱਖਿਆ। ਇਸੇ ਤਰ੍ਹਾਂ 26 ਜਨਵਰੀ ਦੀ ਘਟਨਾ ਆਪਣੇ ਯਾਦ ਆ ਸਾਰਿਆਂ ਦੇ ਸਰੋਤਿਆਂ ਨੂੰ ਵੀ ਪਤਾ ਹੋਊਗਾ। 26 ਜਨਵਰੀ ਦੀ ਘਟਨਾ ਕਿੱਡੀ ਵੱਡੀ ਘਟਨਾ ਵਾਪਰੀ ਸੀਗੀ। ਇੱਕ ਵਾਰੀ ਇਹ ਲੱਗ ਰਿਹਾ ਸੀਗਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਹੜਾ ਕਿਸਾਨ ਅੰਦੋਲਨ ਆ ਉਹ ਡਾਮਾਡੋਲ ਹੋ ਜਾਏਗਾ, ਡੀਰੇਲ ਹੋ ਜਾਏਗਾ, ਜਾਂ ਕਿਸਾਨ ਆ ਜਿਹੜੇ ਪਿੱਛੇ ਮੁੜ ਸਕਦੇ ਆ। ਪਰ ਫਿਰ ਵੀ ਉਸ ਧਰਤੀ ਤੋਂ ਆਪਣੇ ਜਿਹੜੇ ਰਕੇਸ਼ ਟਕੈਤ ਆ ਉਹ ਆਏ ਅਤੇ ਉਹਨਾਂ ਨੇ ਅੱਗੇ ਹੋ ਕੇ ਜਿਸ ਢੰਗ ਨਾਲ ਜਿਹੜੇ ਉਹਨਾਂ ਦੇ ਜਜ਼ਬਾਤ ਸੀਗੇ, ਜਿਹੜੇ ਜਜ਼ਬਾਤ ਸੀਗੇ ਉੱਥੋਂ ਨਿਕਲੇ, ਜਿਹੜੇ ਉਹਨਾਂ ਦੇ ਹੰਝੂ ਨਿਕਲੇ, ਅਤੇ ਉਹਨਾਂ ਨੇ ਇੱਕ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ ਤੇ ਜਿਹੜੇ ਕਿਸਾਨੀ ਨੂੰ ਸਮਝਣ ਵਾਲੇ ਲੋਕ ਤੇ ਉਹਨਾਂ ਦੇ ਜਜ਼ਬਾਤਾਂ ਨੂੰ, ਫਿਰ ਉਹਨਾਂ ਦੀ ਅਣਖ ਨੂੰ ਜਗਾਇਆ। ਕਿਸਾਨੀ ਅੰਦੋਲਨ ਆ ਜਿਹੜੇ ਫਿਰ ਲੋਕ ਆ ਜਿਹੜੇ ਉਹ ਇਕੱਠੇ ਹੋਏ ਉੱਥੇ, ਅਤੇ ਕਿਸਾਨਾਂ ਦਾ ਅੰਦੋਲਨ ਜਿਵੇਂ ਡਰ ਲੱਗ ਰਿਹਾ ਸੀਗਾ ਕਿ ਇਹ ਪਿੱਛੇ ਹੋ ਸਕਦਾ, ਡਾਊਨ ਹੋ ਸਕਦਾ, ਪਰ ਉੱਥੇ ਜਿਹੜਾ ਅੰਦੋਲਨ ਆ ਜਿਉਂ ਦਾ ਤਿਉਂ ਕਾਇਮ ਚੱਲਦਾ ਰਿਹਾ।
ਹੁਣ ਜਿਹੜੇ 1 ਲੱਖ ਤੋਂ ਜਿਹੜੇ ਜੂ ਟਰਨ ਹੋਏ ਆ, ਭਾਵੇਂ ਕਿ ਕੱਲ੍ਹ ਹੁਣ 2 ਦਿਨ ਪਹਿਲਾਂ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਕਰਤਾਰਪੁਰ ਲਾਂਘਾ ਉਹ ਦੁਬਾਰਾ ਰੀਓਪਨ ਕੀਤਾ, ਦੁਬਾਰਾ ਖੋਲ੍ਹਿਆ ਗਿਆ ਅਤੇ 2 ਦਿਨਾਂ ਬਾਅਦ ਹੀ ਹੁਣ ਜਿਹੜੇ ਇਹ ਖੇਤੀ ਕਾਨੂੰਨ ਰੱਦ ਕਰਨ ਦਾ ਇੱਕ ਵੱਡੀ ਘੋਸ਼ਣਾ ਕੀਤੀ ਹੈ, ਐਲਾਨ ਕੀਤਾ। ਮੈਨੂੰ ਲੱਗ ਰਿਹਾ ਹੈ ਕਿ ਇਹਦੇ ਵਿੱਚ ਜਿਹੜੀ ਇਹ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਕਿਸਾਨਾਂ ਦੀ, ਦੇਸ਼ ਦੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਈ ਆ, ਲੋਕਤੰਤਰ ਦੀ ਜਿੱਤ ਹੋਈ ਆ, ਲੋਕਾਂ ਦੀ ਜਿੱਤ ਹੋਈ ਆ। ਖਾਸ ਕਰਕੇ ਉਹ ਲੋਕਾਂ ਨੂੰ ਝੁਕਣਾ ਪਿਆ ਜਿਹੜੇ ਕਹਿੰਦੇ 56 ਇੰਚ ਦੀ ਛਾਤੀ ਰੱਖਦੇ ਨੇ, ਜਿਹੜੇ ਕਹਿੰਦੇ ਵੀ ਜਿਹੜੀ ਗੱਲ ਕਹਿਤੀ ਉਹ ਪਿੱਛੇ ਨਹੀਂ ਮੁੜਦੇ, ਜਿਹੜੀ ਗੱਲ ਕਹਿਤੀ ਉਹਦੇ ਪਰ ਜਿੱਦ ਪਕਾਉਂਦੇ ਨੇ। ਉਹ ਜਿੱਦ ਪਕਾਉਣ 'ਤੇ ਇੱਕ ਜਿਹੜੀ ਖੜੀ ਹੋਈ ਜਿੱਦ ਸੀ ਉਹਨੂੰ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦੀ ਉਹ ਜਿੱਦ ਤੋੜੀ ਆ ਅਤੇ ਪੰਜਾਬ ਦੇ ਕਿਸਾਨਾਂ ਦੀ, ਦੇਸ਼ ਦੇ ਕਿਸਾਨਾਂ ਦੀ ਜਿਹੜੀ ਜਿੱਦ ਆ ਉਹ ਪੁੱਗੀ ਆ। ਸਰਕਾਰ ਨੂੰ, ਪ੍ਰਧਾਨ ਮੰਤਰੀ ਨੂੰ ਵਾਪਸ ਜਿਹੜਾ ਕਾਨੂੰਨ ਆ ਉਹ ਲੈਣ ਲਈ ਮਜਬੂਰ ਕਰ ਦਿੱਤਾ। ਜ਼ਿੱਦ ਪੁਗਾਈ ਹੈਗੀ ਹੈ ਕਿਸਾਨਾਂ ਨੇ ਜਾਂ ਕਿਸਾਨਾਂ ਦੀ ਜਿਹੜੀ ਹੈ ਮੰਗ ਜੈਨੂਇਨ ਸੀਗੀ? ਜ਼ਿੱਦ ਕਿਉਂਕਿ ਚੰਗੀ ਗੀ ਚੀਜ਼ ਤਾਂ ਹੁੰਦੀ ਨਹੀਂ ਹੈ, ਜ਼ਿੱਦ ਨੂੰ ਤਾਂ ਅਸੀਂ ਇੱਕ ਹਮੇਸ਼ਾ ਨੈਗੇਟਿਵਲੀ ਲੈਂਦੇ ਹਾਂ। ਉਹਨਾਂ ਦੀਆਂ ਜਾਇਜ਼ ਮੰਗਾਂ ਸੀਗੀਆਂ ਜਿਨ੍ਹਾਂ ਨੂੰ ਕਿ ਸ਼ਾਇਦ ਉਹਨਾਂ ਨੇ ਆਪਣਾ ਅੱਗੇ ਰੱਖਿਆ ਸੀ ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ, ਹੱਕ ਹਕੂਕ ਦੀ ਜਿੱਥੇ ਤੱਕ ਗੱਲ ਸੀਗੀ, ਉਹਨਾਂ ਨੇ ਉਸ ਚੀਜ਼ ਨੂੰ ਆਪਣਾ ਅੱਗੇ ਰੱਖ ਕੇ। ਜ਼ਿੱਦ ਇਸ ਕਰਕੇ ਨਹੀਂ ਕਹੀ ਜਾ ਸਕਦੀ ਸ਼ਾਇਦ ਕਿਉਂਕਿ ਉਹਨਾਂ ਨੇ 600 ਜਾਨਾਂ ਦਿੱਤੀਆਂ ਨੇ। ਜ਼ਿੱਦ ਦੇ ਵਿੱਚ ਬੰਦਾ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਨਹੀਂ ਮਰਵਾਉਂਦਾ। ਘੱਟੋ ਘੱਟ ਉਹਨਾਂ ਦੀ ਇੱਕ ਲੜਾਈ ਸੀਗੀ ਜਿਹੜੀ ਉਹਨਾਂ ਨੇ ਵਿੱਢੀ ਹੋਈ ਸੀਗੀ ਬਿਲਕੁਲ ਹੱਕਾਂ ਅਤੇ ਹਕੂਕਾਂ ਦੇ ਲਈ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਖਾਸ ਕਰਕੇ ਕਿਉਂਕਿ ਜੋ ਕਿ ਸਿਆਸੀ ਵਿਹੜਾ ਹੈਗਾ ਜਿਹੜਾ ਉਹ ਬਿਲਕੁਲ ਹੀ ਸ਼ਾਇਦ ਚੇਂਜ ਹੋ ਗਿਆ ਇਸ ਤੋਂ ਬਾਅਦ, ਜਦੋਂ ਕਿ ਅਸੀਂ ਗੱਲ ਕਰਦੇ ਹਾਂ ਕਿ ਕਿਸਾਨੀ ਨੇ ਅੱਜ ਜਿੱਤ ਜਿਹੜੀ ਉਹ ਕਿਸਾਨਾਂ ਦੀ ਹੋਈ ਹੈ। ਸਿਆਸੀ ਵਿਹੜੇ ਦੇ ਵਿੱਚ ਜਿਹੜੀਆਂ ਚੇਂਜਿਸ ਆਈਆਂ ਨੇ ਔਰ ਯੂਪੀ ਦੇ ਜਿਹੜੇ ਖਾਸ ਕਰਕੇ ਸਿਰ 'ਤੇ ਨੇ ਹੁਣ ਇਲੈਕਸ਼ਨਸ, ਪੰਜਾਬ ਦੇ ਬਹੁਤ ਅਹਿਮ ਇਲੈਕਸ਼ਨਸ ਨੇ। ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਹੀ ਇਹ ਸਾਰਾ ਦਾ ਸਾਰਾ ਮਸਲਾ ਸ਼ੁਰੂ ਹੋਇਆ ਸੀਗਾ। ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਇਹਦਾ ਲਾਹਾ ਲੈਣ ਲਈ ਵਕਤ ਬੇਵਕਤ ਆਪਣੀਆਂ ਦਲੀਲਾਂ ਦਿੰਦੀਆਂ ਰਹੀਆਂ ਨੇ, ਜਿਹੜੀਆਂ ਕਿ ਸ਼ਾਇਦ ਚਾਹੇ ਉਸ ਨੂੰ ਅੱਜ ਦੇ ਦਿਨ, ਗੁਰਪੁਰਬ ਦੇ ਦਿਨ, ਪ੍ਰਧਾਨ ਮੰਤਰੀ ਨੇ ਇੱਕ ਆਪਣੇ ਤਰੀਕੇ ਦੇ ਨਾਲ ਗੱਲ ਕਹਿ ਕੇ ਜਿੱਤ ਜਿਹੜੀ ਹੈਗੀ ਹੈ ਉਹ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਰਿਪੀਲ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਇਹ ਜਿਹੜੀ ਜਿੱਤ ਹੈਗੀ ਹੈ ਉਹ ਤਾਂ ਡੈਫੀਨੇਟਲੀ ਕਿਸਾਨਾਂ ਦੀ ਹੈ। ਦੇਖੋ, ਤੁਸੀਂ 2 ਗੱਲਾਂ ਕਹੀਆਂ। ਪਹਿਲੀ ਗੱਲ ਜਿਹੜੀ ਜਿੱਦ ਆ ਉਹਦੇ ਵਿੱਚ ਮੈਂ ਇਹ ਗੱਲ ਕਹਿ ਰਿਹਾ ਹੈ ਕਿ ਜਿੱਦ ਪ੍ਰਧਾਨ ਮੰਤਰੀ ਪਗਾ ਰਹੇ ਸੀਗੇ ਕਿ ਮੈਂ ਕਾਨੂੰਨ ਵਾਪਸ ਨਹੀਂ ਲੈਣਾ, ਤਾਂ ਕਿਸਾਨਾਂ ਨੇ ਵੀ ਕਿਹਾ ਕਿ ਜੇ ਤੁਸੀਂ ਆਪਣੀ ਜਿੱਦ ਪਗਾਉਂਦੇ ਤਾਂ ਅਸੀਂ ਇਹ ਕਾਨੂੰਨ ਖਤਮ ਕਰਾਉਣ ਵਾਸਤੇ, ਕਾਨੂੰਨ ਵਾਪਸ ਕਰਾਉਣ ਵਾਸਤੇ ਜੇ ਤੁਹਾਡੀ ਜਿੱਦ ਹੈ ਤਾਂ ਸਾਡੀ ਵੀ ਜਿੱਦ ਆ, ਅਸੀਂ ਇਹ ਕਾਨੂੰਨ ਵਾਪਸ ਕਰਵਾ ਕੇ ਹਟਾਂਗੇ। ਅਤੇ ਇਸ ਕਰਕੇ ਕਿਸਾਨਾਂ ਜਿਹੜੇ ਉਹਨਾਂ ਦੀ ਜਿੱਤ ਹੋਈ ਆ, ਜਿਵੇਂ ਤੁਸੀਂ ਕਹਿ ਰਹੇ ਆ ਕਿਸਾਨਾਂ ਦੀ ਜਿੱਤ ਹੋਈ ਆ, ਲੋਕਤੰਤਰ ਦੀ ਜਿੱਤ ਹੋਈ ਆ, ਸੰਘਰਸ਼ਸ਼ੀਲ ਉਹਨਾਂ ਯੋਧਿਆਂ ਦੀ, ਉਹਨਾਂ ਲੋਕਾਂ ਦੀ ਜਿੱਤ ਹੋਈ ਆ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਆ ਜਿਹੜੇ ਕਰਦੇ ਆ ਰਹੇ ਤੇ। ਜਿਵੇਂ ਕਿ ਆਪਾਂ ਅੱਜ ਗੱਲਾਂ ਚੱਲ ਰਹੀਆਂ ਕਿ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਵੱਡਾ ਸੰਘਰਸ਼ ਹੋਇਆ, ਸੰਘਰਸ਼ ਭਾਵੇਂ ਕਿ ਛੋਟੇ ਮੋਟੇ ਚੱਲਦੇ ਰਹੇ ਨੇ, ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਕਰਦੀਆਂ, ਮਜ਼ਦੂਰ ਜਥੇਬੰਦੀਆਂ ਸੰਘਰਸ਼ ਕਰਦੀਆਂ, ਹੋਰ ਜਿਹੜੀਆਂ ਯੂਨੀਅਨ ਹੈ, ਸਮਾਜ ਸੇਵੀ ਸੰਗਠਨ ਹੈ, ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਪਰ ਇਹ ਇੱਕ ਅਜਿਹਾ ਸੰਘਰਸ਼ ਰਿਹਾ ਹੈ, ਖੇਤੀ ਦੇ ਨਾਲ ਜੁੜੇ ਹੋਏ ਉਹ ਲੋਕਾਂ ਦਾ ਸੰਘਰਸ਼ ਰਿਹਾ ਕਿ ਇਹਦੇ ਵਿੱਚ ਸਾਰੀਆਂ ਜਿਹੜੀਆਂ ਯੂਨੀਅਨ ਹੈ, ਸਮਾਜ ਸੇਵੀ ਜਥੇਬੰਦੀਆਂ, ਹਰ ਵਰਗ ਦੇ ਲੋਕਾਂ ਨੇ ਜਿਹੜਾ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ। ਮੁਲਾਜ਼ਮ ਜਥੇਬੰਦੀਆਂ ਹੋ ਗਈਆਂ, ਮਜ਼ਦੂਰ ਜਥੇਬੰਦੀਆਂ ਹੋ ਗਈਆਂ, ਪੱਤਰਕਾਰ ਯੂਨੀਅਨ ਹੋਇਆ, ਲੇਖਕ ਯੂਨੀਅਨ ਹੋ ਗਈਆਂ, ਦੋਜੀ ਯੂਨੀਅਨ ਹੋ ਗਈ, ਕਰਿਆਨਾ ਯੂਨੀਅਨ ਹੋ ਗਏ। ਦੱਸੋ ਕਿਹੜੀ ਯੂਨੀਅਨ ਕਿਸਾਨਾਂ ਦੇ ਨਾਲ ਨਹੀਂ ਖੜੀ? ਕਿਸਾਨਾਂ ਦੇ ਨਾਲ ਇਸ ਕਰਕੇ ਖੜੀ ਹੈ ਕਿ ਕਿਸਾਨ ਆ ਜਿਹੜਾ ਪੂਰੇ ਦੇਸ਼ ਦੇ ਲੋਕਾਂ ਦਾ ਅੰਨਦਾਤਾ, ਢਿੱਡ ਭਰਦਾ। ਇਸ ਕਰਕੇ ਸਰਕਾਰ ਨੂੰ ਪਰ ਦਬਾਅ ਪਾਇਆ ਜਾ ਰਿਹਾ ਹੈ। ਇਹਨਾਂ ਦੀ ਆਪਣੀ ਜਥੇਬੰਦੀ ਹੈ ਜਿਹੜੀ RSS ਨਾਲ ਸੰਬੰਧਿਤ ਹੈ, ਜਿਹੜੀ ਕਿਸਾਨ ਸੰਘ ਆ ਜਿਹੜਾ, ਉਹ ਵੀ ਵਾਰ-ਵਾਰ ਮੰਗ ਕਰ ਰਿਹਾ ਸੀਗਾ ਕਿ ਇਹ ਕਾਨੂੰਨ ਆ ਜਿਹੜੇ ਵਾਪਸ ਹੋਣੇ ਚਾਹੀਦੇ ਆ। ਕਿੰਨੀ ਜਗ੍ਹਾ BJP ਦੇ ਜਿਹੜੇ ਨੇਤਾ ਨੇ ਅਤੇ ਕਿਸਾਨਾਂ ਦੇ ਵਿੱਚ ਟਕਰਾਅ ਹੋਇਆ, ਪੰਜਾਬ ਦੇ ਵਿੱਚ ਸਭ ਨਾਲੋਂ ਵੱਧ ਟਕਰਾਅ ਹੋਇਆ, ਭਾਵੇਂ ਕਿ ਦੂਜੇ ਜਿਹੜੇ ਹਰਿਆਣੇ ਵਿੱਚ ਵੀ ਟਕਰਾਅ ਹੋਇਆ, ਪਰ ਪੰਜਾਬ ਦੇ ਵਿੱਚ ਸਭ ਨਾਲੋਂ ਵੱਧ ਜਿਹੜਾ ਟਕਰਾਅ ਹੋਇਆ। 700 ਦੇ ਕਰੀਬ 670 ਦਾ ਅੰਕੜਾ ਤਾਂ ਆ ਚੁੱਕਿਆ ਨਾ। ਕਿਸਾਨਾਂ ਦੀ ਜਿਹੜੀ ਸ਼ਹੀਦੀਆਂ ਹੋ ਗਈਆਂ, ਕਿਸਾਨਾਂ ਦੇ ਜਿਹੜੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ। ਇਸ ਕਰਕੇ ਇੰਨਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਜਿਹੜੀ ਸਰਕਾਰ ਟੱਸ ਤੋਂ ਮੱਸ ਨਹੀਂ ਤੀ ਹੋ ਰਹੀ। ਕਿਸਾਨ ਆਪਣੀ ਮੰਗ ਪਰ ਅੜਿੱਗ ਸੀਗੇ, ਅੜੇ ਹੋਏ ਸੀ। ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੈ ਕਿ ਇਹਦਾ ਜਿਹੜੀਆਂ BJP ਸਿਹਰਾ ਲੈਣ ਦੀ ਕੋਸ਼ਿਸ਼ ਕਰੇਗੀ, BJP ਸਿਰੇ ਲੈਣ ਦੀ ਕੋਸ਼ਿਸ਼ ਕਰੇਗੀ ਕਿ ਉਹਨਾਂ ਨੇ ਅੱਜ ਬਾਬੇ ਨਾਨਕ ਦੀ ਜਨਮ ਦਿਨ ਦੇ ਮੌਕੇ 'ਤੇ ਇੱਕ ਕਾਨੂੰਨ ਆ ਜਿਹੜੇ ਵਿਡਰਾ ਕੀਤੇ ਨੇ, ਲੈਣ ਦੀ ਵਿਡਰਾ ਕਰਨ ਦੀ ਇੱਕ ਅਨਾਊਂਸਮੈਂਟ ਕੀਤੀ ਹੈ। ਪਰ ਫਿਰ ਵੀ ਦੇਖੋ, ਇਹ ਦੁਨੀਆ ਜਿਹੜੀ ਕਹਿੰਦੇ ਹੁੰਦੇ ਆ ਵੀ ਇਹ ਦੁਨੀਆ ਹੈ ਸਭ ਸਮਝਤੀ ਹੈ। ਦੁਨੀਆ ਨੂੰ ਪਤਾ ਵੀ ਇਹਦੇ ਵਿੱਚ
ਕੀ ਹੋ ਰਿਹਾ, ਕਿਹੜੀ ਧਿਰ ਦਾ ਕਿੰਨਾ ਨੁਕਸਾਨ ਹੋਇਆ, ਕਿਹੜੀ ਧਿਰ ਕਿੰਨੀ ਜ਼ਿੰਮੇਵਾਰ ਆ। ਕਿਆ ਪੰਜਾਬ ਦੇ ਲੋਕ, ਕਿਆ ਦੇਸ਼ ਦੇ ਲੋਕ ਸਮਝਣਗੇ ਨਹੀਂ ਕਿ ਕਿਸਾਨਾਂ ਨੂੰ ਪਹਿਲਾਂ ਅੱਤਵਾਦੀ ਦੱਸਿਆ ਗਿਆ, ਕਿਸਾਨਾਂ ਨੂੰ ਵੱਖਵਾਦੀ ਦੱਸਿਆ ਗਿਆ, ਕਿਸਾਨਾਂ ਨੂੰ ਮਾਇਓਵਾਦੀ ਦੱਸਿਆ ਗਿਆ, ਕਿਸਾਨਾਂ ਨੂੰ ਕੁੱਟਿਆ ਗਿਆ। ਪੰਜਾਬ ਦੇ ਵਿੱਚ ਜਦੋਂ 26 ਨਵੰਬਰ ਪਿਛਲੇ ਸਾਲ 26 ਨਵੰਬਰ ਨੂੰ ਪੰਜਾਬ ਤੋਂ ਵਹੀਰਾਂ ਘੱਤ ਕੇ ਕਿਸਾਨ ਦਿੱਲੀ ਵਾਲੇ ਪਾਸੇ ਨੂੰ ਜਾ ਰਹੇ ਤੇ ਕਿ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ, ਜਗ੍ਹਾ ਜਗ੍ਹਾ ਟੋਏ ਪੁੱਟੇ ਗਏ। ਫਿਰ ਦਿੱਲੀ ਦੇ ਵਿੱਚ ਜਾ ਕੇ ਕਿਸਾਨਾਂ ਪਰ ਜਿਹੜੀਆਂ ਪਾਣੀ ਦੀਆਂ ਬੁਛਾਰਾਂ ਛੱਡੀ ਗਈਆਂ, ਅਥਰੂ ਗੈਸ ਦੇ ਗੋਲੇ ਛੱਡੇ ਗਏ, ਕੁੱਟਿਆ ਗਿਆ। ਦਿੱਲੀ ਕਰਨਾਲ ਦੇ ਨੇੜੇ ਕਿਸਾਨਾਂ, ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਪਹਿਲੇ ਵੀ ਜਿਹੜੇ ਸਾਬਕਾ ਸੀਗੇ ਉਹਨਾਂ ਨੇ ਵੀ ਆਪਣੇ ਤਰੀਕੇ ਦੇ ਨਾਲ ਹਮੇਸ਼ਾ ਕਿਸਾਨੀ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ ਹੈ। ਪਰ ਜੇ ਹੋਣ ਵਾਲੇ ਜਿਹੜੇ ਹੈਗੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਖਾਸ ਕਰਕੇ ਹਮੇਸ਼ਾ ਹੀ ਇਹ ਕਿਹਾ ਵੀ ਅਸੀਂ ਕਿਸਾਨਾਂ ਦੇ, ਮਜ਼ਦੂਰਾਂ ਦੇ, ਗਰੀਬ ਦੇ ਨਾਲ ਹੈਗੇ ਹਾਂ ਤੇ ਬਾਰ-ਬਾਰ ਉਹ ਆਪਣੀ ਇਸ ਗੱਲ ਨੂੰ ਤਸਦੀਕ ਕਰਦੇ ਹੈ। ਉਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੀ ਕੇਂਦਰ ਸਰਕਾਰ ਤੋਂ ਹੈਗੇ ਮੁਆਵਜ਼ੇ ਦੀ ਗੱਲ ਕਹਾਂਗੇ, ਉਹਨਾਂ ਨੂੰ ਕਹਾਂਗੇ ਕਿ ਜੋ ਨੁਕਸਾਨ ਹੋਇਆ ਖਾਸ ਕਰਕੇ ਇਸ ਦੌਰਾਨ ਉਸ ਨੂੰ ਦਿੱਤਾ ਜਾਵੇ। ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਵਾਕਈ ਯਾਨੀ ਸੰਜੀਦਗੀ ਦੇ ਨਾਲ ਕਈਆਂ ਤੇ ਸੁਣੀਆਂ ਜਾ ਰਹੀਆਂ ਜਾਂ ਸਿਰਫ ਕਿਉਂਕਿ ਇੱਥੇ ਵੀ 2022 ਦੀਆਂ ਚੋਣਾਂ ਜਿਹੜੀਆਂ ਨੇ ਉਹ ਸਿਰ 'ਤੇ ਨੇ ਤੇ ਉਹਦਾ ਸ਼ਾਇਦ ਇੱਕ ਤਰੀਕੇ ਦਾ ਤਾਂ ਕਰਕੇ ਮਜਬੂਰੀ ਹੋ ਗਈ ਹੈ ਪੋਲੀਟੀਕਲ ਪਾਰਟੀਆਂ ਦੀ ਜਿਹੜੀਆਂ ਨੇ ਸਿਆਸੀ ਧਿਰਾਂ ਜਾਂ ਸਿਆਸੀ ਪਾਰਟੀਆਂ ਕਿ ਉਹ ਹਰ ਤਰੀਕੇ ਦੇ ਨਾਲ ਆਪਣੇ ਆਪ ਨੂੰ, ਕਿਉਂਕਿ ਸਭ ਤੋਂ ਵੱਡਾ ਤੇ ਸਭ ਤੋਂ ਜ਼ਿਆਦਾ ਇਫੈਕਟਿਵ ਜੇ ਕੋਈ ਅੰਦੋਲਨ ਕਹਿ ਸਕਦੇ ਹਾਂ ਅਸੀਂ ਜਾਂ ਕੋਈ ਮੁਜ਼ਾਹਰਾ ਕਿਸੇ ਤਰੀਕੇ ਨਾਲ ਜਾਂ ਆਪਣੇ ਹੱਕਾਂ ਦੇ ਲਈ ਇੱਕ ਲੜਾਈ ਲੜਨ ਦੀ ਜੇ ਗੱਲ ਕੀਤੀ ਜਾਏ, ਬਹੁਤ ਲੰਮੇ ਸਮੇਂ ਦੇ ਬਾਅਦ ਜਿਹੜਾ ਹੈ ਉਹ ਕਿਸਾਨੀ ਅੰਦੋਲਨ ਹੀ ਮੰਨਿਆ ਔਰ ਕਿਹਾ ਜਾ ਸਕਦਾ। ਦੇਖੋ ਬਿਲਕੁਲ ਜਿਹੜੀ ਕਿਸਾਨੀ ਧਿਰ ਕਿਸਾਨ ਆ ਉਹ ਬਹੁਤ ਵੱਡਾ ਵੋਟ ਬੈਂਕ ਆ ਪੂਰੇ ਦੇਸ਼ ਦੇ ਵਿੱਚ। ਔਰ ਇੱਕ ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਇਹ ਸੰਗਠਨ ਆ। ਹੁਣ ਪੰਜਾਬ ਦੇ ਵਿੱਚ 32 ਕਿਸਾਨ ਯੂਨੀਅਨ, ਆਪਾਂ ਪੰਜਾਬ ਦੀ ਗੱਲ ਕਰਦੇ, ਪੰਜਾਬ ਦੇ ਵਿੱਚ 32 ਕਿਸਾਨ ਯੂਨੀਅਨ ਹੈ। ਹਰੇਕ ਦਾ ਅਲੱਗ-ਅਲੱਗ ਝੰਡਾ, ਅਲੱਗ-ਅਲੱਗ ਵਿਧਾਨ, ਅਲੱਗ-ਅਲੱਗ ਸੰਵਿਧਾਨ, ਅਲੱਗ-ਅਲੱਗ ਅਹੁਦੇਦਾਰ ਨੇ। ਪਰ ਜਦੋਂ ਕਿਸਾਨੀ ਮਸਲਿਆਂ ਦੀ ਗੱਲ ਹੁੰਦੀ ਹੈ, ਕਿਸਾਨੀ ਮੁੱਦਿਆਂ ਦੀ ਗੱਲ ਹੁੰਦੀ ਹੈ ਤਾਂ ਸਾਰੀਆਂ ਯੂਨੀਅਨਾਂ ਆਪਣੇ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਪਰ ਇਕੱਠੇ ਹੋ ਰਹੀਆਂ। ਆਪਾਂ ਪਿਛਲੇ 1 ਸਾਲ ਤੋਂ ਹੀ ਦੇਖ ਲਓ, ਜਦੋਂ ਇਹ ਕਿਸਾਨੀ ਕਾਨੂੰਨਾਂ ਦੀ ਗੱਲ ਆਈ, ਬਿੱਲਾਂ ਦੀ ਗੱਲ ਆਈ ਤਾਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਪਰ ਇਕੱਠੀਆਂ ਹੋ ਰਹੀਆਂ। ਪਿਛਲੇ ਮੁੱਖ ਮੰਤਰੀ ਦੀ ਗੱਲ ਕੀਤੀ, ਉਹਨਾਂ ਨੂੰ ਵੀ ਜਿਹੜੇ 32 ਕਿਸਾਨ ਯੂਨੀਅਨ ਦੇ ਆਗੂ ਮਿਲਦੇ ਰਹੇ। ਹੁਣ ਥੋੜ੍ਹੇ ਦਿਨ ਪਹਿਲਾਂ ਜਿਹੜੇ ਮੌਜੂਦਾ ਮੁੱਖ ਮੰਤਰੀ ਆ ਚਰਨਜੀਤ ਸਿੰਘ ਚੰਨੀ, ਇਹਨਾਂ ਨੂੰ ਵੀ ਜਿਹੜੇ 32 ਕਿਸਾਨ ਯੂਨੀਅਨ ਦੇ ਆਗੂ ਆ ਮਿਲ ਕੇ ਗਏ, ਆਪਣੀਆਂ ਮੰਗਾਂ ਰੱਖ ਕੇ ਗਈਆਂ। ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਕੱਲੀ ਸਰਕਾਰ ਨਹੀਂ ਉਹਨਾਂ ਦੇ ਨਾਲ ਖੜੀ, ਸਾਰੀਆਂ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਨਾਲ ਖੜੀਆਂ ਸੀਗੀਆਂ, ਕਿਉਂਕਿ ਕਿਸਾਨਾਂ ਦਾ ਵੱਡਾ ਵੋਟ ਬੈਂਕ ਆ। ਜੇ ਪੰਜਾਬ ਦੇ ਵਿੱਚ ਗੱਲ ਕਰੀਏ, ਪੰਜਾਬ ਦੇ ਵਿੱਚ 2 ਵੋਟ ਬੈਂਕ ਵੱਡੇ ਨੇ, ਇੱਕ ਕਿਸਾਨੀ ਦਾ, ਇੱਕ ਜਾਣੀ ਕਿ ਦਲਿਤ ਭਾਈਚਾਰੇ ਦਾ। ਇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦਾ ਇਹ ਜ਼ੋਰ ਲੱਗਿਆ ਪਿਆ ਹੈ ਕਿ ਜਿਹੜੇ ਇਹ 2 ਵਰਗ ਨੇ, ਖੇਤ ਮਜ਼ਦੂਰ, ਕਿਸਾਨ ਤੇ ਦਲਿਤ ਵਰਗ, ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਇਸੇ ਕਰਕੇ ਹਰੇਕ ਸਿਆਸੀ ਪਾਰਟੀ ਦਾ ਜਿਹੜਾ ਨਿਸ਼ਾਨਾ ਇਹਨਾਂ 2 ਵਰਗਾਂ ਨੂੰ ਖੁਸ਼ ਕਰਨ ਵਾਸਤੇ ਰੱਖਿਆ ਹੋਇਆ ਹੈ। ਪਿਛਲੀ ਜਿਹੜੇ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਨੇ, ਸਾਰੀਆਂ ਸਿਆਸੀ ਪਾਰਟੀਆਂ ਦੀ ਗੱਲ ਕਰ, ਦੱਸੋ ਕਿਹੜੀ ਪਾਰਟੀ ਆ ਜਿਹੜੀ ਕਿਸਾਨੀ ਦੀ ਗੱਲ ਨਹੀਂ ਕਰ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ, ਕਹਿ ਰਹੇ ਆ ਕਿ ਮੈਂ ਬਣਾਵਾਂਗਾ, ਮੈਂ ਪਾਰਟੀ ਲੈ ਕੇ ਆਵਾਂਗਾ ਨਵੀਂ। ਉਹਦੇ ਵਿੱਚ ਕਿਤੇ ਨਾ ਕਿਤੇ ਬੈਕਗਰਾਊਂਡ 'ਤੇ ਇੱਦਾਂ ਵੀ ਸੋਚਿਆ ਜਾ ਰਿਹਾ ਸੀਗਾ, ਕਿਹਾ ਜਾ ਰਿਹਾ ਸੀ, ਸੁਣਿਆ ਜਾ ਰਿਹਾ ਸੀ ਕਿ ਕਿਸਾਨਾਂ ਦੀ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਉਹਦਾ ਵੀ ਉਹ ਕਿਤੇ ਨਾ ਕਿਤੇ ਲਾਹਾ ਜਿਹੜਾ ਉਹ ਲੈਣਾ ਚਾਹਣਗੇ। ਹੁਣ ਉਹ ਇੱਕ ਤਰ੍ਹਾਂ ਦਾ ਪ੍ਰਧਾਨ ਮੰਤਰੀ ਨੇ ਖੁਦ ਇਸ ਤਰੀਕੇ ਦੀ ਅਨਾਊਂਸਮੈਂਟ ਕਰ ਦਿੱਤੀ ਹੈ, ਜਿਹੜੇ ਕਿ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਬੀਜੇਪੀ ਧਿਰ ਨੇ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦ ਕਿ ਸੰਯੁਕਤ ਮੋਰਚਾ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਸ ਚੀਜ਼ ਨੂੰ ਤਾਂ ਤੱਕ ਨਹੀਂ ਮੰਨਾਂਗੇ ਜਦੋਂ ਕਿ MSP ਜਿਹੜੀ ਹੈਗੀ ਹੈ ਉਹ ਤੈਅ ਨਹੀਂ ਕਰ ਦਿੱਤੀ ਜਾਏਗੀ ਔਰ ਪੂਰੀ ਤਰ੍ਹਾਂ ਰਿਪੀਲ ਜਿਹੜੇ ਹੈ ਸੰਸਦ ਦੇ ਵਿੱਚ ਲਿਖਤੀ ਰੂਪ ਵਿੱਚ ਨਹੀਂ ਹੋਣਗੇ। ਅਤੇ ਹੁਣ ਤੁਸੀਂ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਸੀਗੇ, ਉਹ ਆਪਣੀ ਪਾਰਟੀ ਦੀ ਜਿੱਥੇ ਗੱਲ ਕਰਦੇ ਸੀ ਜਾਂ ਆਪਣੀ ਸਿਆਸੀ ਪਾਰੀ ਦੀ ਗੱਲ ਕਰਦੇ ਸੀ, ਉਹਨੂੰ ਕਿੱਥੇ ਦੇਖਦੇ ਹੋ? ਦੇਖੋ ਜਿਹੜੇ ਮੁੱਖ ਮੰਤਰੀ ਆ ਸਾਬਕਾ, ਜਿਹਨਾਂ ਦੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਨੇ, ਉਹ ਕਹਿੰਦੇ ਵੀ ਮੈਂ ਗ੍ਰਹਿ ਮੰਤਰੀ ਨੂੰ ਮਿਲ ਕੇ ਆਇਆ, ਅਮਿਤ ਸ਼ਾਹ ਨੂੰ, ਅਤੇ ਪ੍ਰਧਾਨ ਮੰਤਰੀ ਨੂੰ ਜਦੋਂ ਮਿਲਿਆ ਮੈਂ ਉਹਨਾਂ ਨੂੰ ਵੀ ਜਿਹੜੇ 3 ਕਾਨੂੰਨ ਰਿਪੀਲ ਕਰਨ ਦੀ ਗੱਲ ਕੀਤੀ। ਅੱਜ ਵਾਲੇ ਮੁੱਖ ਮੰਤਰੀ ਜਿਹੜੇ ਚਰਨਜੀਤ ਸਿੰਘ ਚੰਨੀ ਆ, ਇਹ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਮੈਂ ਵੀ ਇਹੀ ਗੱਲ ਕੀਤੀ ਕਿ ਜਿਹੜੇ ਕਾਨੂੰਨ ਰਿਪੀਲ ਕੀਤੇ ਜਾਣ। ਸਾਰੀਆਂ ਜਥੇਬੰਦੀਆਂ ਮੰਗ ਕਰ ਰਹੀਆਂ ਸੀਗੀਆਂ ਕਿ ਰਿਪੀਲ ਵਾਪਸ ਕੀਤੇ ਜਾਣ। ਜਿਹੜੀ ਇਹਦਾ ਚਾਹੇ ਸਾਬਕਾ ਮੁੱਖ ਮੰਤਰੀ, ਚਾਹੇ ਮੌਜੂਦਾ ਮੁੱਖ ਮੰਤਰੀ, ਚਾਹੇ ਹੋਰ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਦੀ ਮੈਂ ਗੱਲ ਕਰਦਾ, ਚਾਹੇ ਬੀਜੇਪੀ ਦਾ ਜਿਹੜਾ ਵਫਦ ਆ ਹੁਣ ਕਹਿ ਰਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਕਿ ਮਸਲੇ ਹੱਲ ਹੋਣੇ ਚਾਹੀਦੇ ਆ। ਜਿੰਨਾ ਮਰਜ਼ੀ ਦਾਅਵਾ ਕਰੀ ਜਾਣ, ਜਿੰਨਾ ਮਰਜ਼ੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇ ਕਿ ਅਸੀਂ ਕਰਵਾਇਆ, ਪਰ ਇਹ ਜੋ ਕੁਛ ਮਰਜ਼ੀ ਕਰ ਲਓ, ਇਹਦੀ ਜਿਹੜੀ ਜਿੱਤ ਆ, ਜਿਹੜਾ ਇਹਦਾ ਉਹ
ਝੰਡੇ ਗੱਡੇ ਜਾਣੇ ਆ, ਉਹਦਾ ਸਿਹਰਾ ਜਿਹੜਾ ਉਹ ਕਿਸਾਨਾਂ ਦੇ ਸਿਰ ਤੇ ਹੀ ਬੰਨਿਆ ਜਾਣਾ ਹੈ। ਕਿਸਾਨਾਂ ਦੀ ਜਿੱਤ ਹੋਈ ਆ, ਸਿਆਸੀ ਪਾਰਟੀਆਂ ਜੋ ਕੁਛ ਮਰਜ਼ੀ ਕਹੀ ਜਾਣ। ਜਿਵੇਂ ਸੇਮ ਜਿਹੜਾ ਕਰਤਾਰਪੁਰ ਦਾ ਲਾਂਘੇ ਵਾਲੀ ਗੱਲ ਆ, ਉਹਦੇ ਬਾਰੇ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀਆਂ। ਇਹ ਸਾਰੀ ਦੁਨੀਆ ਜਾਣਦੀ ਹੈ ਕਿ ਸਭ ਤੋਂ ਪਹਿਲਾਂ ਉੱਥੇ ਨਵਜੋਤ ਸਿੱਧੂ ਗਿਆ। ਨਵਜੋਤ ਸਿੱਧੂ ਨੂੰ ਇਮਰਾਨ ਖਾਨ ਨੇ ਬੁਲਾਇਆ, ਉਹਨਾਂ ਦਾ ਦੋਸਤ ਆ। ਉੱਥੇ ਉਹਨਾਂ ਨੇ ਗੱਲਬਾਤ ਕੀਤੀ, ਭਾਵੇਂ ਕਿ ਉਦੋਂ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਭੰਡਿਆ ਗਿਆ ਕਿ ਇਹਨੇ ਇੱਕ ਜਿਹੜੇ ਪਾਕਿਸਤਾਨ ਦੇ ਸੈਨਾ ਮੁਖੀ ਆ ਜਿਹੜੇ ਜਵੇਦ ਬਾਜਵਾ, ਉਹਨਾਂ ਦੇ ਜੱਫੀ ਪਾਈ, ਉਹਨੂੰ ਬਹੁਤ ਗਦਾਰ ਦੱਸਿਆ ਗਿਆ। ਹਰ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ, ਪਰ ਫਿਰ ਵੀ ਸਿਹਰਾ ਤਾਂ ਉਹਨੂੰ ਇਹ ਜਾ ਰਿਹਾ, ਸਭ ਦੁਨੀਆ ਨੂੰ ਪਤਾ ਵੀ ਕਿੱਥੇ ਕਿਆ ਹੋ ਰਿਹਾ। ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਜੋ ਕੁਛ ਮਰਜ਼ੀ ਕਰੀ ਜਾਣ, ਜਿਹੜਾ ਮਰਜ਼ੀ ਹੋਵੇ। ਹੁਣ ਠੀਕ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਈ ਆ। ਨਵੀਂ ਪਾਰਟੀ ਬਣਾਉਣ ਵਾਸਤੇ ਜਿਹੜੀਆਂ ਬਹੁਤ ਜ਼ਿਆਦਾ ਤਰੱਦਦ ਕਰਨ ਦੀ ਵੀ ਲੋੜ ਹੁੰਦੀ ਆ। ਹਰ ਤਰ੍ਹਾਂ ਦੇ ਜਿਹੜੇ ਲੋਲੀਪੌਪ ਆ ਵੋਟਾਂ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਿੰਦੀਆਂ, ਲੋਕ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਮਸਲੇ ਦੇ ਪਰ ਜੋੜਨਗੇ ਜਾਂ ਕਿਸਾਨੀ ਮਸਲੇ ਪਰ ਇਹ ਗੱਲ ਕਹੂੰਗਾ ਕਿ ਮੈਂ ਇਹ ਕੰਮ ਕੀਤਾ, ਤਾਂ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਸਵਾਲ ਪੁੱਛਣਗੇ ਕਿ ਤੁਸੀਂ 2017 ਦੇ ਵਿੱਚ ਇਹ ਵੀ ਵਾਅਦਾ ਕੀਤਾ ਸੀਗਾ ਕਿ ਮੈਂ ਕਿਸਾਨਾਂ ਦਾ ਜਿਹੜਾ ਕਰਜ਼ਾ ਕੁਰਕੀ ਖਤਮ, ਕਿਸਾਨ ਨੂੰ ਪੂਰੀ ਫਸਲ ਦੀ ਰਕਮ। ਇਹ ਉਹਨਾਂ ਨੇ ਇੱਕ ਡਾਇਲੋਗ ਦਿੱਤਾ ਸੀਗਾ, ਇਹ ਕਿਹਾ ਸੀਗਾ ਕਿ ਮੈਂ ਕਿਸਾਨਾਂ ਦੇ ਸਾਰੇ ਜਿਹੜੇ ਕਰਜ਼ਾ ਮਾਫ ਕਰਾਂਗੇ, ਚਾਹੇ ਉਹ ਸਰਕਾਰੀ ਬੈਂਕਾਂ ਦੇ ਹੋਵੇ, ਚਾਹੇ ਉਹ ਸੁਸਾਇਟੀਆਂ ਦੇ ਹੋਵੇ, ਚਾਹੇ ਪ੍ਰਾਈਵੇਟ ਬੈਂਕਾਂ ਦੇ। ਉਹ ਕੁਛ ਹੋਏ ਕਰਜ਼ੇ ਮਾਫ, ਉਹ ਵੀ ਤਾਂ ਕਿਸਾਨਾਂ ਨਾਲ ਜੁੜੀ ਗਲਤੀ, ਖੇਤ ਮਜ਼ਦੂਰਾਂ ਦੀ ਗਲਤੀ ਅਤੇ ਜਿਹੜੇ ਗੰਨੇ ਦੀ ਬਕਾਇਆ ਰਾਸ਼ੀ ਆ ਉਹਦੀ ਗੱਲ ਹੋ ਰਹੀ ਸੀ। ਕਿਸਾਨਾਂ ਦੇ ਹੋਰ ਮਸਲਿਆਂ ਦੀ ਗੱਲ ਹੋਤੀ। ਕਿੰਨੇ ਕੁ ਮਸਲੇ ਜਿਹੜੇ ਕਿਸਾਨਾਂ ਨਾਲ ਜਿਹੜੇ ਸੰਬੰਧਿਤ ਮਸਲੇ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੱਲ ਕੀਤੇ ਆ। ਲੋਕ 4.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ 'ਤੇ ਝਾਤ ਮਾਰਨਗੇ ਵੋਟ ਪਾਉਣ ਤੋਂ ਪਹਿਲਾਂ ਜਾਂ ਉਹਨਾਂ ਜੁੜਨ ਤੋਂ ਪਹਿਲਾਂ। ਬਾਕੀ ਇਹ ਗੱਲ ਜ਼ਰੂਰ ਆ, ਜਦੋਂ ਚੋਣਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਲੋਕ ਆ ਜਿਨ੍ਹਾਂ ਨੂੰ ਇੱਧਰ ਨਹੀਂ ਟਿਕਟ ਮਿਲਦੀ, ਉੱਧਰ ਨੂੰ ਭੱਜਦਾ, ਉੱਧਰ ਨਹੀਂ ਮਿਲਦੀ ਉੱਧਰ ਨੂੰ ਭੱਜ ਜਾ। ਹਰ ਤਰ੍ਹਾਂ ਦਾ ਜਿਹੜਾ ਹੁਣ ਜਿਹੜਾ ਆਰਾਮ ਰੌਲਾ ਪੈ ਰਿਹਾ ਸੀਗਾ, ਹੁਣ ਨਵੇਂ ਅੱਜ ਜਿਹੜੇ ਭਾਜਪਾ ਨੇ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਆ, ਇਹਦੇ ਨਾਲ ਜਿਹੜਾ ਸਿਆਸੀ ਸਮੀਕਰਨ ਆ ਉਹ ਜ਼ਰੂਰ ਬਦਲਣਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਿਸਾਨਾਂ ਨੇ ਜਿਹੜਾ ਲੰਬਾ ਇੱਕ ਸੰਘਰਸ਼ ਨੇ 1 ਸਾਲ ਦਾ ਚਲਾਇਆ ਹੈ। ਉਸ ਦੇ ਬਾਅਦ ਤੁਸੀਂ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਬਹੁਤ ਸਾਰੇ ਐਸੇ ਮੁੱਦੇ ਸੀਗੇ ਜਿਹੜੇ ਅਨਸੋਲਵਡ ਤੁਰੇ ਆ ਰਹੇ ਨੇ। ਬੇਅਦਬੀ ਦਾ ਮੁੱਦਾ ਦੇ ਵਿੱਚ ਹੈਗਾ ਹੈ, ਕਿਸਾਨਾਂ ਦਾ ਮੁੱਦਾ ਬਹੁਤ ਬਾਅਦ ਵਿੱਚ ਆਇਆ। ਉਸ ਤੋਂ ਪਹਿਲੇ ਬੇਅਦਬੀ ਵਾਲਾ ਮੁੱਦਾ ਸੀ, ਮੈਨੀਫੈਸਟੋ 'ਚ ਕਾਂਗਰਸ ਦੇ ਕਈ ਸੀਗੇ। ਉਸ ਤੋਂ ਪਹਿਲੇ ਅਕਾਲੀ ਜਿਹੜੀ ਸਰਕਾਰ ਸੀ, ਭਾਜਪਾ ਅਕਾਲੀ ਸਰਕਾਰ, ਉਹਦੇ ਵਿੱਚ ਬਹੁਤ ਸਾਰੇ ਮੁੱਦੇ ਸੀ, ਖਾਸ ਕਰਕੇ ਡਰੱਗਸ ਦਾ ਮੁੱਦਾ ਹੋ ਗਿਆ, ਬੇਅਦਬੀ ਵਾਲਾ ਹੋ ਗਿਆ, ਹੋਰ ਵੀ ਕਈ ਤਰ੍ਹਾਂ ਦੇ ਕਿਸਾਨਾਂ ਦੇ ਖੁਦਕੁਸ਼ੀਆਂ ਦੇ ਮੁੱਦੇ ਸੀਗੇ। ਫਿਰ ਬੇਰੁਜ਼ਗਾਰੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਹੈਗਾ, ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ। 1 ਸਾਲ ਦਾ ਜਿਹੜਾ ਹੈ ਲੰਬਾ ਸੰਘਰਸ਼ ਕਿਸਾਨਾਂ ਦਾ ਚੱਲਿਆ। ਤੁਹਾਨੂੰ ਲੱਗਦਾ ਹੈ ਕਿ ਜੋ ਅੱਜ ਹਾਲਾਤ ਬਣੇ ਹੋਏ ਆ ਸਿਆਸੀ ਵਿਹੜੇ ਦੇ ਵਿੱਚ, ਉਸ ਸਿਆਸੀ ਵਿਹੜੇ ਦੇ ਵਿੱਚ ਜਿਹੜੇ ਵੀ ਹਾਲਾਤ ਨੇ ਉਹਨਾਂ 'ਤੇ ਕਿਤੇ ਨਾ ਕਿਤੇ ਇੰਪੈਕਟ ਔਰ ਇਫੈਕਟ ਜਿਹੜਾ ਹੈਗਾ ਕਿਸਾਨੀ ਅੰਦੋਲਨ ਦਾ ਜ਼ਰੂਰ ਹੈਗਾ? ਕਿਉਂਕਿ ਸ਼ਾਇਦ ਕਿਸਾਨੀ ਅੰਦੋਲਨ ਦੀ ਇਸ ਚੀਜ਼ ਤੋਂ ਤੁਹਾਨੂੰ ਲੱਗਦਾ ਹੈ ਕਿ ਸਿਆਸੀ ਪਾਰਟੀਆਂ, ਲੀਡਰ ਵੀ ਕੁਝ ਹੱਦ ਤੱਕ ਡਰ ਗਏ ਨੇ ਔਰ ਉਹਨਾਂ ਨੂੰ ਸ਼ਾਇਦ ਇਹ ਗੱਲ ਲੱਗਦੀ ਹੈ ਕਿ ਜੇ ਅਸੀਂ ਸੋਲਵ ਨਾ ਕੀਤਾ ਤਾਂ ਸ਼ਾਇਦ ਅਸੀਂ ਆਪਣੇ ਇਸ ਸਿਆਸਤ ਦੇ ਵਿੱਚੋਂ ਬਾਹਰ ਹੋ ਜਾਵਾਂਗੇ ਕਿਤੇ ਨਾ ਕਿਤੇ। ਦੇਖੋ, ਕਿਸਾਨੀ ਸੰਘਰਸ਼ ਨੇ, ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿ ਰਿਹਾ, ਕਿਸਾਨੀ ਸੰਘਰਸ਼ ਨੇ ਲੋਕਾਂ ਲਈ ਰਾਹ ਦਸੇਰਾ ਬਣੇ ਨੇ, ਲੋਕਾਂ ਨੂੰ ਨਵਾਂ ਜਿਹੜਾ ਰਾਹ ਦਿਖਾਇਆ। ਇੱਕ ਜਿਹੜੀ ਇਸ ਅੰਦੋਲਨ ਨੇ ਜਿਹੜੀ ਕਿ ਇੱਕ ਨਵੀਂ ਆਸ ਦੀ ਕਿਰਨ ਲੋਕਾਂ ਨੂੰ ਦਿਖਾਈ ਆ। ਲੋਕਾਂ ਨੂੰ ਸੰਗਠਨ ਹੋਣਾ ਦੱਸ ਦਿੱਤਾ, ਲੋਕਾਂ ਨੂੰ ਦੱਸਤਾ ਕਿ ਸੰਘਰਸ਼ ਕਿਵੇਂ ਕੀਤਾ ਜਾਂਦਾ, ਸੰਘਰਸ਼ ਕਿਵੇਂ ਜਿੱਤੇ ਜਾਂਦੇ ਨੇ। ਲੋਕਾਂ ਨੂੰ ਅੱਜ ਮੁੱਖ ਮੰਤਰੀ ਕਿਹਾ, ਮੰਤਰੀ ਕਿਹਾ, ਪਾਰਟੀਆਂ ਦੇ ਪ੍ਰਧਾਨਾਂ ਨੂੰ ਕਿਹਾ, ਸੰਸਦ ਮੈਂਬਰਾਂ ਨੂੰ ਕਿਹਾ, ਕੇਂਦਰੀ ਮੰਤਰੀਆਂ ਨੂੰ ਲੋਕ ਘੇਰਨ ਲੱਗ ਗਏ। ਹਰਿਆਣਾ ਦੇ ਵਿੱਚ ਕਿੰਨੀ ਵਾਰੀ ਮੁੱਖ ਮੰਤਰੀ ਨੂੰ ਘੇਰਿਆ, ਕਿੰਨੀ ਵਾਰੀ ਉਹਨਾਂ ਦਾ ਜਿਹੜਾ ਜਹਾਜ਼ ਆ ਉਹ ਲੈਂਡ ਕਰ ਨਹੀਂ ਦਿੱਤਾ ਗਿਆ। ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਕਾਲੇ ਝੰਡੇ ਦਿਖਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੂੰ ਇੱਕ ਪਤਾ ਲੱਗ ਗਿਆ ਕਿ ਸੰਘਰਸ਼ ਕਿਵੇਂ ਲੜਿਆ ਜਾਂਦਾ। ਹੁਣ ਭਾਵੇਂ ਕਿ ਕਿਸਾਨੀ ਮਸਲਿਆਂ ਨਾਲ ਸੰਘਰਸ਼ ਸੀਗਾ, ਇਸ ਅੰਦੋਲਨ ਤੋਂ ਬਾਅਦ ਜਿਵੇਂ ਇਸ ਅੰਦੋਲਨ ਪਰ ਕਿਸਾਨਾਂ ਦੀ ਜਿੱਤ ਹੋਈ ਆ, ਪ੍ਰਧਾਨ ਮੰਤਰੀ ਨੂੰ ਜਿਹੜਾ ਕਹਿੰਦਾ ਮੇਰਾ 56 ਇੰਚ ਦਾ ਛਾਤੀ ਆ ਉਹ ਕਦੇ ਮੁੜਦੇ ਨਹੀਂ, ਜਿਹੜਾ ਕਹਿੰਦਾ ਮੈਂ ਦੁਸ਼ਮਣਾਂ ਨੂੰ ਘਰ ਦੇ ਵਿੱਚ ਘੁਸ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਸੀਗੇ, ਹਰ ਤਰ੍ਹਾਂ ਦੀ ਉਹ ਗੱਲ ਕਰਦੇ ਸੀਗੇ, ਉਸ ਪ੍ਰਧਾਨ ਮੰਤਰੀ ਨੂੰ ਝੁਕਣ ਵਾਸਤੇ ਮਜਬੂਰ ਹੋਣਾ ਪਿਆ ਕਿਸਾਨੀ ਲੋਕਾਂ ਦੇ ਅੰਦੋਲਨ ਪਿੱਛੇ। ਜਦੋਂ ਲੋਕ ਆਪਣਾ ਰਾਹ ਚੁਣਦੇ ਨੇ, ਲੋਕ ਇਕੱਠੇ ਹੁੰਦੇ ਨੇ, ਲੋਕਤੰਤਰ ਵਿੱਚ ਲੋਕਾਂ ਦੀ ਜਿੱਤ ਹੋਈ ਆ। ਲੋਕਾਂ ਨੇ ਦੱਸਤਾ ਕਿ ਵੀ ਇਹ ਸੰਘਰਸ਼ ਨੂੰ ਕਿਵੇਂ ਜਿੱਤਣਾ। ਹੁਣ ਇਸ ਕਰਕੇ ਜਿਹੜੇ ਅਗਲੇ ਵੀ ਸੰਘਰਸ਼ ਹੋਣਗੇ, ਲੋਕ ਇਕੱਠੇ ਹੋਣਗੇ, ਇਹ ਇੱਕ ਬਿੰਬ ਬਣ ਗਿਆ।
ਇੱਕ ਨਵੀਂ ਜਿਹੜੀ ਆਪਾਂ ਕਹਿ ਸਕਦੇ ਹਾਂ ਇੱਕ ਅਧਿਆਇ ਆ ਜਿਹੜਾ ਉਹ ਸ਼ੁਰੂ ਹੋ ਗਿਆ। ਲੋਕ ਅੱਗੇ ਵਾਸਤੇ ਵੀ ਇਸ ਤਰ੍ਹਾਂ ਇਕੱਠੇ ਹੋ ਕੇ ਲੜਾਈ ਲੜਨਗੇ, ਜਿਵੇਂ ਹੁਣ ਆਪਣੇ ਹਲਕੇ ਦੇ ਨੁਮਾਇੰਦਿਆਂ ਨੂੰ, ਮੰਤਰੀਆਂ ਨੂੰ, ਸੰਤਰੀਆਂ ਨੂੰ ਹੋਰ ਘੇਰਨ ਜਾ ਰਿਹਾ, ਪੁੱਛ ਰਹੇ ਨੇ, ਕਾਲੇ ਝੰਡੇ ਦਿਖਾ ਰਹੇ ਨੇ, ਸਵਾਲ ਖੜੇ ਕਰ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਹੋਰ ਇਹ ਸਵਾਲ ਖੜੇ ਕਰਨਗੇ, ਪੁੱਛਣਗੇ। ਇਸ ਕਰਕੇ ਮੈਨੂੰ ਜੋ ਲੱਗ ਰਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੋਲੀਟੀਕਲ ਲੋਕ ਆ ਉਨੇ ਕੁ ਵਾਅਦੇ ਕਰਨਗੇ, ਉਨੀ ਕੁ ਗੱਲ ਕਰਿਆ ਕਰਨਗੇ ਜਿੰਨੀ ਕੁ ਉਹ ਪੂਰੀ ਕਰ ਸਕਦੇ ਆ। ਹੁਣ ਉਦਾਹਰਨ ਦੇ ਤੌਰ 'ਤੇ ਮੈਂ ਇੱਕ ਗੱਲ ਦੱਸਦਾ, ਸੁਖਬੀਰ ਸਿੰਘ ਬਾਦਲ ਜਿਹੜੇ ਬੜੇ ਬੜੇ ਵਾਅਦੇ ਕਰਦੇ ਸੀਗੇ। ਪਿਛਲੀ ਵਾਰੀ ਜਦੋਂ ਉਹਨਾਂ ਨੇ 13 ਨਿਕਾਤੀ ਇੱਕ ਜਿਹੜਾ ਏਜੰਡਾ ਦਿੱਤਾ, ਆਪਣੇ ਵਾਅਦਿਆਂ ਦਿੱਤਾ, ਉਹਨੇ ਇੱਕ ਗੱਲ ਕਹੀ ਹੈ ਕਿ ਮੈਂ 1 ਲੱਖ ਸਰਕਾਰੀ ਨੌਕਰੀਆਂ ਦੇਵਾਂਗਾ। ਬਕਾਇਦਾ ਉਹਨਾਂ ਨੇ 1 ਲੱਖ ਫਿਗਰ ਦਿੱਤੀ ਹੈ ਸਰਕਾਰੀ ਨੌਕਰੀ ਦੀ, ਜਦ ਕਿ ਹੁਣ ਤੱਕ ਇਹ ਵਾਅਦੇ ਹੁੰਦੇ ਰਹੇ ਕਿ ਮੈਂ ਸਭ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ, ਅਸੀਂ ਇਹ ਕਰਾਂਗੇ ਵੇਗ। ਉਹ ਉਨੀ ਕੁ ਗੱਲ ਕੀਤੀ ਜਾ ਰਹੀ ਹੈ ਜਿੰਨੀ ਕੁ ਹੁਣ ਪੂਰੀ ਹੋਊਗੀ। ਹੁਣ ਲੋਕ ਵੀ ਬਹੁਤ ਸੁਚੇਤ ਹੋਏ ਨੇ, ਜ਼ਮਾਨਾ ਜਿਹੜਾ ਬਹੁਤ ਤੇਜ਼ੀ ਨਾਲ ਬਦਲ ਰਿਹਾ, ਲੋਕ ਵੀ ਪੜ੍ਹ ਲਿਖ ਹੋ ਰਹੇ, ਨੌਜਵਾਨ ਪੜ੍ਹ ਰਹੇ ਨੇ। ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਝੂਠ ਨਹੀਂ ਬੋਲ ਸਕਦੇ। ਹਰ ਗੱਲ ਹੈ ਜਿਹੜੀ ਅੱਜ ਤੁਸੀਂ ਕੀ ਕਹਿ ਰਹੇ ਆ, 2 ਮਹੀਨੇ ਪਹਿਲਾਂ ਕੀ ਕੀਤਾ ਸੀਗਾ, 6 ਮਹੀਨੇ ਪਹਿਲਾਂ ਕੀ ਕੀਤਾ, ਉਹ ਸਾਰੇ ਨਾਲ ਦੀ ਨਾਲ ਤੁਹਾਡੀ ਕੰਪੈਰੇਟਿਵ ਕਰਕੇ ਸੋਸ਼ਲ ਮੀਡੀਆ ਪਰ ਚੱਲਦੇ ਆ। ਅੱਜ ਤੁਸੀਂ ਕੀ ਕਿਹਾ, ਇਹ ਜੇ ਨਾਲ ਚੱਲਦਾ ਤਾਂ ਪੁਰਾਣਾ ਜਿਹੜਾ ਕਿਹਾ ਹੋਇਆ ਸੀਗਾ ਉਹ ਵੀ ਨਾਲ ਚੱਲਦਾ। ਇਸ ਕਰਕੇ ਝੂਠ ਨੂੰ ਤੁਸੀਂ ਹੁਣ ਬਹੁਤੀ ਦੇਰ ਲੁਕੋ ਨਹੀਂ ਸਕਦੇ, ਨਾਲ ਦੀ ਨਾਲ ਤੁਹਾਡਾ ਜਿਹੜਾ ਸਿਸਟਮ ਆ ਉਹ ਸਾਹਮਣੇ ਆ ਜਾਂਦਾ। ਇਸ ਕਰਕੇ ਜਿੰਨਾ ਮਰਜ਼ੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਹੀ ਜਾਣ, ਲੋਕ ਬਹੁਤ ਸੁਚੇਤ ਹੋ ਕੇ ਇਸ ਸੰਘਰਸ਼ ਦੇ ਨਾਲ ਇੱਕ ਨਵੀਂ ਜਿਹੜੀ ਦਸ਼ਾ ਤੇ ਦਿਸ਼ਾ ਲੋਕਾਂ ਨੂੰ ਦਿਖੇਗੀ। ਜਿੱਥੋਂ ਤੱਕ ਅਸੀਂ ਗੱਲ ਸਿਆਸਤ ਦੀ ਕੀਤੀ ਹੈ ਜਾਂ ਫਿਰ ਲੋਕਾਂ ਦੀ ਜ਼ਿੰਦਗੀਆਂ ਦੀ ਜੱਦੋ ਜਹਿਦ ਦੀ ਕੀਤੀ ਹੈ, ਸੰਘਰਸ਼ਾਂ ਦੀ ਕੀਤੀ ਹੈ, ਹਿਸਟਰੀ ਦੀ ਕੀਤੀ ਹੈ, ਉਸ ਦੇ ਨਾਲ ਨਾਲ ਜੇ ਥੋੜ੍ਹਾ ਜਿਹਾ ਇਸ 'ਚ ਥੋੜ੍ਹਾ ਜਿਹਾ ਸਪਿਰਿਚੁਅਲ ਆਸਪੈਕਟ ਵੀ ਦੇਖ ਲਿੱਤਾ ਜਾਵੇ ਤਾਂ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਅੱਜ ਇੱਕਦਮ ਪ੍ਰਧਾਨ ਮੰਤਰੀ ਦਾ ਕਿਤੇ ਨਾ ਕਿਤੇ ਹਿਰਦੇ ਪਰਿਵਰਤਨ ਵਰਗੀ ਗੱਲ ਹੋ ਸਕਦੀ ਹੈ, ਕਿਉਂਕਿ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ। ਡੈਫੀਨੇਟਲੀ ਉਹ ਕੈਲਕੂਲੇਟਿਡ ਹੈਗਾ, ਪਿੱਛੇ ਬਹੁਤ ਜ਼ਿਆਦਾ ਮਤਲਬ ਕਿ ਪੂਰੀਆਂ ਕੈਲਕੂਲੇਸ਼ਨਸ ਦੇ ਨਾਲ, ਪ੍ਰੋਕਸੀਮਿਟੀਜ਼ ਦੇ ਨਾਲ ਇਹ ਗੱਲ ਕੀਤੀ ਗਈ ਹੈ। ਪਰ ਬਾਵਜੂਦ ਉਸ ਦੇ ਗੁਰਪੁਰਬ ਵਾਲੇ ਦਿਨ ਇੱਦਾਂ ਦਾ ਐਲਾਨ, ਬਾਬੇ ਨਾਨਕ ਦੀ ਧਰਤੀ 'ਤੇ ਇਸ ਤਰ੍ਹਾਂ ਦੀ ਗੱਲ ਆਪਣੇ ਆਪ ਦੇ ਵਿੱਚ ਲੋਕਾਂ ਦੇ ਲਈ ਕਿਵੇਂ ਦਾ ਸੰਦੇਸ਼ ਹੈ? ਦੇਖੋ, ਬਿਲਕੁਲ ਬਾਬੇ ਨਾਨਕ ਦੀ ਜਨਮ ਪੁਰਬ 'ਤੇ ਅੱਜ ਇਹਦਾ ਬਹੁਤ ਵੱਡਾ ਅਨਾਊਂਸਮੈਂਟ ਆ ਜਿਹੜੀ ਉਹ ਸਰਕਾਰ ਨੇ ਕੀਤੀ ਆ। ਮੈਂ ਪਹਿਲਾਂ ਵੀ ਕਹੀ ਆ। ਹੁਣ ਸਭ ਤੋਂ ਵੱਡੀ ਗੱਲ ਬਿੰਦੂ ਜੀ ਇਹ ਹੈ ਕਿ 2022 ਦੀਆਂ ਚੋਣਾਂ ਆ ਰਹੀਆਂ, 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ। ਜਿਹੜੀ BJP ਆ ਉਹਦੇ ਵਾਸਤੇ ਜਿਹੜੀਆਂ ਯੂਪੀ ਦੀਆਂ ਚੋਣਾਂ ਉਹ ਬਹੁਤ ਮਹੱਤਵਪੂਰਨ ਆ, ਕਿਉਂਕਿ ਯੂਪੀ ਤੋਂ ਜਿਹੜਾ ਰਾਹ ਹੈ, ਭਾਵੇਂ ਕਿ ਆਪਾਂ ਪੰਜਾਬ ਤੋਂ ਵੀ ਕਹੀ ਜਾਈਏ, ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ, ਵਿਧਾਨ ਸਭਾ ਦੀਆਂ 117 ਨੇ, ਪਰ ਯੂਪੀ ਦੇ ਵਿੱਚ 3 ਗੁਣਾ ਵੱਧ ਨੇ। ਇਸ ਕਰਕੇ ਜੇ ਯੂਪੀ ਤੋਂ ਸਰਕਾਰ ਆ ਜਿਹੜੀ ਉਹਦੀ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਹੁੰਦੀ ਆ। ਜੇ ਯੂਪੀ 'ਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਆ, ਫਿਰ ਉਸ ਪਾਰਟੀ ਦੇ ਜਿਹੜੇ ਅੱਗੇ ਰਾਜ ਸਭਾ ਦੇ ਮੈਂਬਰ ਆ, ਜਿੰਨੀ ਰਾਜ ਸਭਾ ਦੇ ਮੈਂਬਰ ਵੱਧ ਹੋਣਗੇ ਉਨਾ ਹੀ ਫਿਰ ਉਹਦਾ ਅਸਰ ਆ ਜਿਹੜਾ ਲੋਕ ਸਭਾ ਦੀਆਂ ਜਿਹੜੀ ਉੱਥੇ ਫੈਸਲੇ ਲਏ ਜਾਂਦੇ ਉਹਨਾਂ 'ਤੇ ਵੀ ਪੈਂਦਾ। ਇਸ ਕਰਕੇ ਜਿਹੜਾ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੀਆਂ ਸਮੀਕਰਨ ਨੂੰ ਦੇਖਦੇ ਹੋਏ ਇਹ ਵੱਡਾ ਹਿਰਦੇ ਪਰਿਵਰਤਨ ਹੋ, ਇਹ ਇਸੇ ਕਰਕੇ ਹੋਇਆ। ਸਰਕਾਰ ਨੂੰ ਪਤਾ ਲੱਗ ਗਿਆ ਕਿ ਜੇਕਰ ਅਸੀਂ ਇਹ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵੀ, ਹਰਿਆਣਾ ਵੀ, ਯੂਪੀ ਦੇ ਵੀ ਅਤੇ ਹੋਰ ਸਟੇਟਾਂ ਦੇ ਵਿੱਚ ਸਰਕਾਰ ਦਾ ਜਿਹੜਾ ਸੁਪੜਾ ਉਹ ਸਾਫ਼ ਹੋ ਸਕਦਾ। ਤੁਸੀਂ ਦੇਖੋ, ਥੋੜ੍ਹੀ ਦੇਰ ਪਹਿਲਾਂ ਹੀ ਹਰਿਆਣਾ ਦੇ ਵਿੱਚ ਜਿਮਨੀ ਚੋਣ ਹੋ ਕੇ ਹਟੀ ਆ। ਉਹਦੇ ਸੱਤਾ ਧਿਰ ਦੀ ਪਾਰਟੀ ਬਹੁਤ ਘੱਟ ਹੁੰਦਾ ਕਿ ਸੱਤਾ ਧਿਰ ਆ ਜਿਹੜੀ ਸਰਕਾਰ ਹਾਰੇ, ਕਿਤੇ ਕਿਤੇ ਟਾਵਾਂ ਕੋਈ ਸੀਟ ਪਰ ਹਾਰ ਦਿੰਦੀ ਆ, ਪਰ ਉੱਥੇ ਸਰਕਾਰ ਨੇ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਉੱਥੇ ਸਰਕਾਰ ਹਾਰ ਗਈ। ਇਸ ਕਰਕੇ ਸਰਕਾਰ ਨੂੰ ਕੰਧ ਪਰ ਲਿਖਿਆ ਪੜ੍ਹਿਆ ਜਾ ਰਿਹਾ ਸੀਗਾ ਕਿ ਇਹ ਕਾਨੂੰਨ ਆ ਜਿਹੜੇ ਵਾਪਸ ਲੈਣੇ ਪੈਣਗੇ। BJP ਦਾ ਇੱਕ ਧੜਾ ਵੀ ਸਰਕਾਰ ਪਰ ਦਬਾਅ ਪਾ ਰਿਹਾ ਸੀਗਾ। ਬਾਹਰ ਭਾਵੇਂ ਉਹ ਜੋ ਕੁਛ ਮਰਜ਼ੀ ਕਹੀ ਜਾਵੇ, ਪਰ ਅੰਦਰ ਸਰਕਾਰ ਦੇ ਵਿੱਚ ਬੈਠ ਕੇ ਜਿਹੜੇ ਉਹ ਲੋਕ ਤੇ ਅੰਦਰ ਮੀਟਿੰਗਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਕਰਦੇ ਕਿ ਜਿਹੜੇ ਖੇਤੀ ਕਾਨੂੰਨ ਆ ਉਹ ਗਲਤ ਨੇ। ਕਾਰਪੋਰੇਟ ਜਿਹੜਾ ਖੇਤਰ ਆ ਉਹਨੂੰ ਬੜਾਵਾ ਦੇਣ ਵਾਲੇ, ਪ੍ਰਾਈਵੇਟ ਕੰਪਨੀਆਂ ਨੂੰ, ਪ੍ਰਾਈਵੇਟ ਪਲੇਅਰ ਨੂੰ ਫਾਇਦਾ ਦੇਣ ਵਾਲੇ ਨੇ, ਕਿਸਾਨੀ ਦਾ ਗਲ ਘੁੱਟਣ ਵਾਲੇ ਨੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਬਾਬੇ ਨਾਨਕ ਦੀ ਕਿਰਤ ਕਰੋ ਦਾ ਜਿਹੜੀ ਇੱਕ ਉਹਨਾਂ ਨੇ ਇੱਕ ਨਾਅਰਾ ਦਿੱਤਾ ਸੀਗਾ, ਅਤੇ ਨਾਲੇ ਉਸ ਦੇ ਨਾਲ ਹੀ ਅੱਜ ਜਿਹੜੀ ਹੈ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਸਾਰੇ ਦੇ ਸਾਰੇ ਕਿਸਾਨਾਂ ਨੂੰ ਅਸੀਂ ਵਧਾਈ ਤਾਂ ਦਿੰਦੇ ਹਾਂ, ਪਰ ਨਾਲ ਹੀ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਇੱਕ ਤਰੀਕੇ ਨਾਲ ਇਸ ਪੂਰੇ ਅੰਦੋਲਨ ਦੇ ਅੱਗੇ ਜਿਹੜਾ ਆਪਣਾ ਆਪ ਜਿਹੜਾ ਸੋਚ ਕੇ ਆਪਣੇ ਹੀ ਗੱਲ ਨੂੰ ਵਾਪਸ ਲੈਣਾ ਪਿਆ, ਉਹ ਵਾਕਈ ਹੀ ਜਿਹੜੀ ਹੈ ਲੋਕਾਂ ਦੀ ਬਹੁਤ ਵੱਡੀ ਜਿੱਤ ਹੈਗੀ ਹੈ। ਇੱਦਾਂ ਦੀ ਗੱਲਾਂ ਜਿਹੜੀਆਂ ਨੇ ਬਹੁਤ ਘੱਟ ਜਿਹੜੀਆਂ ਇਤਿਹਾਸ ਦੇ ਵਿੱਚ
ਦੇਖਣ ਨੂੰ ਮਿਲਦੀਆਂ ਹੈਗੀਆਂ ਕਿ ਲੋਕਾਂ ਨੇ ਆਵਾਜ਼ ਜਿਹੜੀ ਹੈ ਚੁੱਕੀ ਹੋਵੇ ਤੇ ਕਦੀ ਨਾ ਕਦੀ ਉਹਨੂੰ ਬੂਰ ਨਾ ਪਿਆ ਹੋਵੇ। ਦੇਰ ਨਾਲ ਹੀ ਸਹੀ ਪਰ ਬੂਰ ਪੈਂਦਾ ਜ਼ਰੂਰ ਹੈ। ਹਜੇ ਵੀ ਜਿਹੜੇ ਕਿਸਾਨ ਨੇ ਉਹ ਆਪਣੀ ਗੱਲ 'ਤੇ ਕਾਇਮ ਨੇ ਜਦੋਂ ਤੱਕ ਲਿਖਤ ਰੂਪ ਦੇ ਵਿੱਚ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਕਿਉਂਕਿ ਕਾਨੂੰਨ ਸਦਨ ਦੇ ਵਿੱਚ ਬਣਦੇ ਨੇ, ਪਾਰਲੀਮੈਂਟ ਦੇ ਵਿੱਚ ਬਣਦੇ ਨੇ ਅਤੇ ਪਾਰਲੀਮੈਂਟ ਦੇ ਵਿੱਚ ਹੀ ਇਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸ ਕਰਕੇ ਕਿਸਾਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਸੰਸਦ 'ਚ ਪੂਰੀ ਤਰੀਕੇ ਦੇ ਨਾਲ ਲਿਖਤ ਰੂਪ ਦੇ ਵਿੱਚ ਰੱਦ ਨਹੀਂ ਹੋਣਗੇ, ਰਿਪੀਲ ਨਹੀਂ ਹੋਣਗੇ, ਤਾਂ ਤੱਕ ਸਿਰਫ ਤੇ ਸਿਰਫ ਹਜੇ ਇੱਕ ਅਨਾਊਂਸਮੈਂਟ ਹੀ ਹੈ। ਦੂਸਰੇ ਪਾਸੇ ਬਿਲਕੁਲ ਕਿਸਾਨਾਂ ਨੇ ਆਪਣੀ ਗੱਲ ਅੱਗੇ ਰੱਖੀ ਹੈ ਕਿ MSP ਦੀ ਜਿਹੜੀ ਗੱਲ ਹੈਗੀ ਹੈ ਉਸ ਨੂੰ ਵੀ ਜ਼ਰੂਰ ਪੱਕਾ ਕੀਤਾ ਜਾਵੇ, MSP ਦਿੱਤੀ ਜਾਵੇ। ਫਸਲ ਤੇ MSP ਉਹਨਾਂ ਦੀ ਵੀ ਮੰਗ ਸੀਗੀ ਜਿਹੜੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਮੰਗ ਸੀਗੀ। ਇੱਕ ਚੰਗੀ ਜਿਹੜੀ ਹੈਗੀ ਹੈ ਸਾਈਡ ਵੱਲ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇੱਕ ਨਵੀਂ ਸ਼ੁਰੂਆਤ ਸ਼ਾਇਦ ਲੋਕਾਂ ਦੇ ਲਈ ਹੋਈ ਹੈ ਔਰ ਇੱਕ ਚੰਗਾ ਦੇਖਣ ਨੂੰ ਇਹ ਮਿਲਿਆ ਕਿ ਐਡਾ ਵੱਡਾ ਸੰਘਰਸ਼, ਜਾਨਾਂ ਗਵਾਈਆਂ, ਬਹੁਤ ਕੁਝ ਗਵਾਇਆ, ਪਰ ਫਿਰ ਵੀ ਝੋਲੀ ਦੇ ਵਿੱਚ ਆਖਿਰਕਾਰ ਜਿੱਤ ਪੈ ਹੀ ਗਈ ਹੈ। ਮੈਨੂੰ ਤੇ ਮੇਰੇ ਕੈਮਰਾ ਪਰਸਨ JP ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ Android ਜਾਂ iOS ਤੇ ਫ੍ਰੀ ਵਿੱਚ, Roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।